ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਹਰਪ੍ਰੀਤ ਸਿੰਘ ਸੇਵਾ ਟਰਸਟ ਤੋਂ ਆਪ ਜੀ ਦਾ ਹੋਸਟ। ਸਾਡੇ ਨਾਲ ਜੁੜ ਚੁੱਕੇ ਨੇ ਵੀਰ ਸੁਖਵਿੰਦਰ ਸਿੰਘ ਜੀ, ਦਸ਼ਮੇਸ਼ ਗੁਰਮਤਿ ਵਿਦਿਆਲਾ ਬਾਲਾ ਸਾਹਿਬ ਨਵੀਂ ਦਿੱਲੀ ਤੋਂ। ਵੀਰ ਜੀ, ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਅਸੀਂ ਅੱਜ ਫਿਰ ਇੱਕ ਤੁਹਾਡੇ ਨਾਲ ਇੱਕ ਨਵਾਂ ਦਿਨ ਤੇ ਨਵਾਂ ਸਵਾਲ ਲੈ ਕੇ ਆਏ ਹਾਂ। ਜੇ ਅਸੀਂ ਜਿਹੜੀ ਸਾਡੀ ਰਹਿਤ ਮਰਿਆਦਾ, ਅਸੀਂ ਸਭ ਤੋਂ ਪਹਿਲੇ ਚੈਪਟਰ ਤੇ ਪਹਿਲਾ ਹੀ ਪੈਰਾ ਉਹਦੇ ਤੇ ਹੈਗਾ ਕਿ ਸਿੱਖ ਕੌਣ ਹੈ। उसके अंदर बड़ा ही सोहने ढंग नाल सुशोभित है कि सिख वो है जिहड़ा 10 गुरुआं, आदमी होए, पुरुष होए या इस्त्री होए, जो 10 गुरुआं ते गुरु ग्रंथ साहिब जी दे उत्ते पूरी तरह का निश्चय रखता होए। ते हुण मैं आप जी नूं ये पुछना चाहांगा उस दे नाल ही कि जो सिख है उसकी जो रहनी है वो किस तरह की होनी चाहिए है। ठीक है जी। सो जो असी पिछे विचारिया हैगा ਉਹਦੇ ਵਿੱਚ ਪੁਆਇੰਟ ਆਉਂਦਾ ਹੈ ਜਿੱਥੇ ਨਾਮ ਬਾਣੀ ਦਾ ਅਭਿਆਸ, ਉੱਥੇ ਆਉਂਦਾ ਫਿਰ ਦੂਜੇ ਨੰਬਰ ਤੇ ਗੁਰਮਤ ਦੀ ਰਹਿਣੀ। ਸੋ ਇਹ ਤੋਂ ਸਪਸ਼ਟ ਹੁੰਦਾ ਵੀ ਸਿੱਖ ਦੀ ਰਹਿਣੀ ਜਿਹੜੀ ਹੈ ਉਹ ਗੁਰਮਤ ਅਨੁਸਾਰ ਹੋਣੀ ਚਾਹੀਦੀ। ਤੇ ਇਸ ਦਾ ਜਿਹੜਾ ਪਹਿਲਾ ਪੁਆਇੰਟ ਹੈਗਾ ਉਹਨੂੰ ਜੇ ਵਿਚਾਰਦੇ ਹਾਂ ਤੇ ਸਿੱਖ ਦੀ ਆਮ ਰਹਿਣੀ ਕਿਰਤ ਵਿਰਤ ਗੁਰਮਤ ਅਨੁਸਾਰ ਹੋਵੇ। ਸ਼ਖਸੀ ਰਹਿਣੀ ਦੇ ਇਸ ਪਹਿਲੇ ਵਾਕ ਤੋਂ ਸਪਸ਼ਟ ਹੈ ਕਿ ਸਿੱਖ ਦਾ ਆਮ ਜੀਵਨ ਗੁਰਮਤੀ ਹੋਣਾ ਚਾਹੀਦਾ ਹੈ। ਸਿੱਖ ਆਪਣੇ ਜੀਵਨ ਦੇ ਹਰ ਪੜਾਅ ਤੇ ਸਿੱਖ ਹੈ। ਉਹ ਗੁਰਦੁਆਰੇ ਬੈਠਾ ਹੈ ਤਾਂ ਵੀ ਸਿੱਖ ਹੈ, ਉਹ ਸਰਹੱਦ ਦੀ ਰਾਖੀ ਕਰਦਾ ਹੈ ਤਾਂ ਵੀ ਸਿੱਖ ਹੈ, ਲੰਗਰ ਛਕਦਾ ਹੈ ਤਾਂ ਵੀ ਸਿੱਖ ਹੈ, ਵਪਾਰ ਕਰਦਾ ਹੈ ਤਾਂ ਵੀ ਸਿੱਖ ਹੈ। ਇਹ ਨਹੀਂ ਕਿ ਕੇਵਲ ਗੁਰਦੁਆਰੇ ਬੈਠ ਜਾਂ ਲੰਗਰ ਛਕਦਿਆਂ ਤੇ ਵਿਚਾਰ ਕਰਦਿਆਂ ਸੁਣਦਿਆਂ ਹੀ ਬਿਰਤੀ ਸਿੱਖ ਵਾਲੀ ਹੋਵੇ, ਗੁਰਮਤ ਵਾਲੀ ਹੋਵੇ, ਸਗੋਂ ਸਰਹੱਦ ਦੀ ਰਾਖੀ ਕਰਦਿਆਂ, ਹਲ ਚਲਾਉਂਦਿਆਂ ਜਾਂ ਵਪਾਰ ਕਰਦਿਆਂ ਵੀ ਬਿਰਤੀ ਸਿੱਖ ਵਾਲੀ ਹੋਵੇ, ਗੁਰਮਤ ਵਾਲੀ ਹੋਵੇ। ਸਿੱਖੀ ਕਿਉਂਕਿ ਜੀਵਨ ਜਾਚ ਹੈ, ਇਸ ਲਈ ਜੀਵਨ ਦੀ ਹਰ ਹਰਕਤ ਵਿੱਚੋਂ ਸਿੱਖੀ ਦੇ ਝਲਕਾਰੇ ਪ੍ਰਤੱਖ ਨਜ਼ਰ ਆਉਣੇ ਚਾਹੀਦੇ ਨੇ। ਕਿਰਤ ਵਿਰਤ ਕਰ ਧਰਮ ਦੀ ਅਨੁਸਾਰ ਸਿੱਖ ਕਿਰਤੀ ਕੋਈ ਵੀ ਹੋਵੇ ਅਤੇ ਕੋਈ ਵੀ ਕਿਰਤ ਕਰੇ ਪ੍ਰਵਾਨ ਹੈ, ਪਰ ਕੋਈ ਵੀ ਕਿਰਤ ਕਰਮ ਤੋਂ ਬੇਮੁਖ ਹੋਣ ਵਾਲੀ ਨਾ ਹੋਵੇ। ਤਿਆਗ ਦੇਵੇ ਇੱਥੋਂ ਤੱਕ ਕਿ ਚਾਕਰੀ ਨੌਕਰੀ ਕਰਦਾ ਵੀ ਚੇਤਾ ਨਾ ਰਹੇ। ਇਹ ਨਹੀਂ ਕਿ ਉਹ ਗੁਰਮਤ ਦੇ ਅਸੂਲਾਂ ਤੋਂ ਬਾਹਰ ਜਾਂਦੀ ਹੋਵੇ, ਐਸੀ ਕੋਈ ਕਿਰਤ ਨਹੀਂ ਕਰਨੀ। ਜੇ ਵਿਣ ਸਤਗੁਰ ਕੇ ਮਨ ਮੰਨੇ, ਗੁਰਸਿੱਖਾਂ ਪਾਸੋਂ ਕੰਮ ਕਰਾਇਆ ਲੋੜੈ, ਇਸ ਨੇੜੇ ਗੁਰਸਿੱਖ ਮੂਲ ਨਾ ਆਵੈ। ਵੀ ਜੇ ਗੁਰਸਿੱਖੀ ਤੋਂ ਅਸੀਂ ਬਾਗੀ ਦੂਰ ਜਾ ਰਹੇ ਹਾਂ ਤੇ ਫੇਰ ਇਹੋ ਜਿਹਾ ਕੰਮ ਦਾ ਕੋਈ ਫਾਇਦਾ ਨਹੀਂ। ਉਦਾਹਰਨ ਤੌਰ ਤੇ ਅਮਰੀਕਾ ਦੇ ਵਿੱਚ ਇੱਕ ਵੀਰ ਜੀ ਹੋਏ ਨੇ ਸਿੱਖ, ਉਹ ਹੁਣ ਬਜ਼ੁਰਗ ਹੋ ਗਏ ਨੇ। ਉਹ ਕਿਸੇ ਕੰਪਨੀ ਦੇ ਵਿੱਚ ਜੋਬ ਵਾਸਤੇ ਗਏ। ਉਸ ਕੰਪਨੀ ਦੇ ਵਿੱਚ ਜੋਬ ਵਾਸਤੇ ਗਏ ਨਾ, ਤੇ ਉਹਨਾਂ ਨੇ ਕਿਹਾ ਜੀ ਤੁਹਾਨੂੰ ਇਹ ਦਸਤਾਰ ਪਾ ਕੇ ਜਾਂ ਦਾੜਾ ਖੁੱਲਾ ਰੱਖ ਕੇ ਇਸ ਤਰ੍ਹਾਂ ਜਿਹੜਾ ਤੁਹਾਨੂੰ ਅਸੀਂ ਜੋਬ ਨਹੀਂ ਦੇ ਸਕਦੇ, ਤੁਹਾਨੂੰ ਅਸੀਂ ਜੋਬ ਨਹੀਂ ਦੇ ਸਕਦੇ। ਤੇ ਉਹ ਕਹਿੰਦੇ ਵੀ ਮੈਨੂੰ ਫਿਰ ਇਸ ਤਰ੍ਹਾਂ ਦੀ ਜੋਬ ਕਰਨੀ ਵੀ ਨਹੀਂ ਹੈ। ਵਾਪਸ ਆ ਗਏ। ਜਦੋਂ ਵਾਪਸ ਆ ਗਏ ਫਿਰ ਉਹਨਾਂ ਨੇ ਇੰਨੀ ਮਿਹਨਤ ਕੀਤੀ, ਉੱਥੇ ਇੰਨੀ ਮਿਹਨਤ ਕੀਤੀ ਕਿ ਅੱਜ ਉਹ ਬਜ਼ੁਰਗ ਹੋ ਗਏ ਨੇ। ਹੁਣ ਵਟਸਐਪ ਤੇ ਸੋਸ਼ਲ ਮੀਡੀਆ ਦੇ ਰਾਹੀਂ ਜਿਹੜਾ ਉਹ ਗੱਲਾਂ ਸਾਹਮਣੇ ਆ ਰਹੀਆਂ। ਉਹ ਕਹਿੰਦੇ ਵੀ ਇਹ ਸਿੱਖੀ ਦੇ ਸਦਕਾ ਅੱਜ ਹਜ਼ਾਰਾਂ ਗੋਰੇ ਮੇਰੀ ਕੰਪਨੀ 'ਚ ਕੰਮ ਕਰਦੇ, ਹਜ਼ਾਰਾਂ ਲੋਕ। ਇਸ ਦਾੜੀ ਨੇ, ਇਸ ਸਿੱਖੀ ਸਰੂਪ ਨੇ ਮੈਨੂੰ ਆਪਣੇ ਚਰਨਾਂ ਨਾਲ, ਮਾਲਕ ਨਾਲ ਜੋੜਿਆ, ਮੈਨੂੰ ਆਪਣੇ ਜਿਹੜਾ ਹੈ ਪਰਮੇਸ਼ਰ ਵਾਹਿਗੁਰੂ ਜੀ ਦੀ ਯਾਦ ਦਿਲਾਉਂਦਾ ਇਹ ਸਰੂਪ ਜਿਹੜਾ ਹੈਗਾ ਸਿੱਖੀ ਦਾ। ਇਹ ਪਾਤਸ਼ਾਹ ਕਹਿੰਦੇ ਨੇ ਰਹਿਣੀ ਰਹਿ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸਕਾ ਚਿਹਰਾ। ਕਹਿੰਦੇ ਅੱਜ ਹਜ਼ਾਰਾਂ ਗੋਰੇ ਇਸ ਦਾੜੀ ਵਾਲੇ ਗੁਰਸਿੱਖ ਦੇ ਜਿਹੜੇ ਕੰਪਨੀ ਵਿੱਚ ਜੋਬ ਕਰਦੇ। ਸੋ ਇਸ ਕਰਕੇ ਸਾਨੂੰ ਗੁਰਮਤਿ ਦਾ ਧਾਰਨੀ ਰਹਿਣਾ ਬਹੁਤ ਜ਼ਰੂਰੀ ਹੈਗਾ। ਤੇ ਇਹਦੇ ਊੜੇ ਭਾਗ ਵਿੱਚ ਲਿਖਿਆ ਕਿ ਇੱਕ ਅਕਾਲ ਪੁਰਖ ਤੋਂ ਛੁੱਟ ਕਿਸੇ ਦੇਵੀ ਦੇਵਤੇ ਦੀ ਉਪਾਸਨਾ ਨਹੀਂ ਕਰਨੀ। ਗੁਰਮਤਿ ਕੀ ਹੈ ਤੁਹਾਡਾ ਸਵਾਲ ਸੀ। ਸੋ ਗੁਰਮਤਿ ਇਹ ਹੈ ਕਿ ਜਿਹੜਾ ਸਿੱਖ ਹੈ
ਉਹ ਇੱਕ ਅਕਾਲ ਪੁਰਖ ਦੀ ਪੂਜਾ ਕਰਦਾ ਔਰ ਕਿਸੇ ਦੀ। ਗੁਰੂ ਗੋਬਿੰਦ ਸਿੰਘ ਜੀ ਦੇ ਉਹ ਬਚਨ, ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ, ਦੀਦਾਰ ਖਾਲਸੇ ਕਾ, ਇਹਨਾਂ ਨੂੰ ਹਮੇਸ਼ਾ ਆਪਣੀ ਜ਼ਿੰਦਗੀ ਵਿੱਚ ਵਸਾ ਕੇ ਰੱਖਦਾ। ਔਰ ਗੁਰੂ ਨਾਨਕ ਸੰਕਲਪ ਵਿੱਚ ਅਕਾਲ ਪੁਰਖ ਜੋ ਬ੍ਰਹਮ ਅਜੂਨੀ ਹੈਪੀ ਹੋਣੀ ਹੁੰਦਾ ਸਭਨਾ ਵਿੱਚ ਸਮਾਇਆ ਹੋਇਆ ਕੇਵਲ ਇੱਕ ਹੈ, ਜਿਸ ਨੂੰ ਪਾਤਸ਼ਾਹ ਕਹਿੰਦੇ ਨੇ ਤਿਸਕਾ ਸ਼ਰੀਕ ਕੋ ਨਹੀਂ, ਨਾ ਕੋ ਕੰਟਕ ਵਹਿਰਾਈ, ਉਹਦਾ ਕੋਈ ਸ਼ਰੀਕ ਨਹੀਂ। ਕਹਿਣਗੇ ਗੁਣ ਇਹੋ ਹੋ ਨਾਹੀ ਕੋਏ, ਨਾ ਕੋ ਹੋਆ ਨਾ ਕੋ ਹੋਏ। ਸੋ ਸਾਫ਼ ਹੈ ਕਿ ਸਿੱਖ ਇੱਕ ਅਕਾਲ ਪੁਰਖ ਦੀ ਪੂਜਾ ਕਰਦਾ ਹੈ, ਕਿਸੇ ਹੋਰ ਦੇਵੀ ਦੇਵਤੇ ਦੀ ਪੂਜਾ ਨਹੀਂ ਕਰਦਾ। ਆਪਣੀ ਮੁਕਤੀ ਦਾ ਦਾਤਾ ਤੇ ਇਸ਼ਟ ਕੇਵਲ 10 ਗੁਰੂ ਸਾਹਿਬਾਨ, ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਗੁਰੂ ਸਾਹਿਬਾਨ ਦੀ ਬਾਣੀ ਨੂੰ ਮੰਨਦਾ ਹੈਗਾ। ਜਿਵੇਂ ਅਸੀਂ ਪਹਿਲਾਂ ਹੀ ਵਿਚਾਰ ਆਏ ਹਾਂ ਕਿ ਸਿੱਖ ਕੌਣ ਹੈਗਾ, ਜੋ ਇਸਤਰੀਆ ਪੁਰਸ਼, ਜਿਵੇਂ ਤੁਸੀਂ ਹਵਾਲਾ ਦਿੱਤਾ ਹੈਗਾ। ਸੋ ਇੱਥੇ ਅੜੇ ਭਾਗ ਵਿੱਚ ਇਹ ਸਾਫ਼ ਲਿਖਿਆ ਹੋਇਆ ਤੇ ਈੜੀ ਵਿੱਚ ਲਿਖਿਆ ਹੈ ਕਿ 10 ਗੁਰੂ ਸਾਹਿਬਾਨ ਨੂੰ ਇੱਕੋ ਜੋਤ ਦੇ ਪ੍ਰਕਾਸ਼ ਰੂਪ ਕਰਕੇ ਮੰਨਣਾ ਹੈਗਾ। ਸਾਡੇ ਜੋ 10 ਗੁਰੂ ਨੇ ਉਹ ਇੱਕ ਜੋਤ ਹੈ। ਜੋਤ ਤੋਂ ਭਾਵ ਹੈ ਵਿਚਾਰਧਾਰਾ, ਸ਼ਕਤੀ, ਅਧਿਕਾਰ, ਪ੍ਰਕਾਸ਼। ਜਿਵੇਂ ਗੁਰਵਾਕ ਹੈ, ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ। ਜਾਂ ਅਸੀਂ ਪੜ੍ਹਦੇ ਹਾਂ ਸੱਤੇ ਬਲਵੰਡ ਦੀ ਵਾਰ ਵਿੱਚ, ਜੋਤ ਓਹਾ ਜੁਗਤ ਸਾਏ ਸਹਿ ਕਾਇਆ ਫੇਰ ਪਲਟੀ ਹੈ। ਜੋਤ ਉਹੀ ਰਹੀ, ਜੁਗਤ ਢੰਗ ਵੀ ਉਹੀ ਰਿਹਾ, ਸਿਰਫ ਸਰੀਰ ਬਦਲਿਆ ਗੁਰੂ ਪਾਤਸ਼ਾਹ ਦਾ 10 ਜਾਮਿਆਂ ਦੇ ਵਿੱਚ। ਤੇ ਹੁਣ ਅਸੀਂ ਪੜ੍ਹਦੇ ਹਾਂ 10 ਪਾਤਸ਼ਾਹੀਆਂ ਦੀ ਜੋਤ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਜਾਂ ਅਸੀਂ ਵੇਖਦੇ ਹਾਂ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਸਤਿਗੁਰ ਨਾਨਕ ਦੇਵ ਆਪ ਉਪਾਇਆ, ਜਿਹਨੂੰ ਅਸੀਂ ਕਹਿੰਦੇ ਜੋਤ ਰੂਪ ਹਰ ਆਪ ਗੁਰ ਨਾਨਕ ਕਹਾਇਓ, ਤਾਤੇ ਅੰਗਦ ਭਇਓ ਤਤ ਸਿਉ ਤਤ ਮਿਲਾਇਓ, ਅੰਗਦ ਕਿਰਪਾ ਧਾਰ ਅਮਰ ਸਤਿਗੁਰ ਥਿਰ ਕੀਓ, ਅਮਰਦਾਸ ਅੰਮ੍ਰਿਤ ਛਾਤਰ ਗੁਰ ਰਾਮੇ ਦੀਓ, ਰਾਮਦਾਸ ਦਰਸ਼ਨ ਪਰਸ ਕਹਿ ਮਥੁਰਾ ਅੰਮ੍ਰਿਤ ਬੈਣ, ਮੂਰਤ ਪੰਜ ਪ੍ਰਮਾਣ ਪੁਰਖ ਗੁਰ ਅਰਜਨ ਪਿੱਖੋਂ ਨੇ। ਇਸੇ ਤਰ੍ਹਾਂ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਸਤਿਗੁਰ ਨਾਨਕ ਦੇਵ ਆਪ ਉਪਾਇਆ, ਗੁਰ ਅੰਗਦ ਗੁਰ ਸਿੱਖ ਬਾਬਾਣੇ ਆਇਆ। ਗੁਰ ਸਿੱਖ ਹੈ ਗੁਰ ਅਮਰ ਸਤਿਗੁਰ ਪਾਇਆ, ਰਾਮਦਾਸ ਗੁਰ ਸਿੱਖ ਗੁਰੂ ਸਦਵਾਇਆ, ਗੁਰ ਅਰਜਨ ਗੁਰ ਸਿੱਖ ਪ੍ਰਗਟੀ ਆਇਆ, ਗੁਰ ਸਿੱਖ ਹਰ ਗੋਬਿੰਦ ਨਾ ਲੁਕੈ ਲੁਕਾਇਆ। ਸੋ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਸਿੱਖੀ ਧਾਰਨ ਕਰਨ ਉਪਰੰਤ ਗੁਰਗੱਦੀ ਤੇ ਬੈਠੇ ਇਹ ਸਾਰੇ ਗੁਰੂ ਸਾਹਿਬਾਨ, ਜਦੋਂ ਇਹਨਾਂ ਨੇ ਗੁਰੂ ਨਾਨਕ ਦੀ ਸਿੱਖੀ ਨੂੰ ਪ੍ਰਵਾਨ ਕਰ ਲਿਆ, ਧਾਰਨ ਕਰ ਲਿਆ। ਸੋ 10 ਗੁਰੂ ਇੱਕ ਹੀ ਜੋਤ ਹੈਗੇ ਹੈ। ਤੇ ਇਸ ਤੋਂ ਅੱਗੇ ਸੱਸਾ ਜਿਹੜਾ ਪੁਆਇੰਟ ਹੈਗਾ, ਉਹਦੇ ਵਿੱਚ ਫਿਰ ਸਿੱਖ ਨੂੰ ਕੁਝ ਹਿਦਾਇਤਾਂ ਦਿੱਤੀਆਂ ਹੈਗੀਆਂ। ਤੇ ਉਹ ਹਿਦਾਇਤਾਂ ਨੇ ਇਸ ਤਰ੍ਹਾਂ ਕਿ ਵੀ ਜਿਹੜਾ ਗੁਰਮਤ ਦਾ ਧਾਰਨੀ ਹੈਗਾ, ਜਿਹੜੀ ਗੁਰਮਤ ਦੀ ਰਹਿਣੀ ਹੈਗੀ ਹੈ, ਜੋ ਗੁਰਮਤ ਦਾ ਧਾਰਨੀ ਹੈ, ਗੁਰਮਤ ਦੀ ਰਹਿਣੀ ਵਾਲਾ ਹੈਗਾ, ਉਹ ਆਪਣੇ ਜੀਵਨ ਦੇ ਵਿੱਚ ਇਹ ਯਾਦ ਰੱਖੇ ਕਿ ਮਨਮਤੀ ਜਿਹੜੇ ਕਰਮ ਨੇ ਉਹ ਨਹੀਂ ਕਰਨੇ। ਮਨਮਤ ਵਾਲੇ ਕਿਹੜੇ ਕਰਮ ਨੇ? ਇਹਦੇ ਵਿੱਚ ਸੱਸੇ ਭਾਗ 'ਚ ਲਿਖਿਆ ਹੈ ਕਿ ਗੁਰੂ ਕਾ ਸਿੱਖ ਜਾਤ ਪਾਤ, ਛੂਤ ਛਾਤ, ਜੰਤਰ ਮੰਤਰ ਤੰਤਰ, ਸ਼ਗਨ ਥਿੱਥ ਮਹੂਰਤ, ਗ੍ਰਹਿ ਰਾਸ, ਸ਼ਰਾਧ ਪਿੱਤਰ, ਖਿਆ ਪਿੰਡ ਪੱਤਲ, ਦੀਵਾ ਕਿਰਿਆ ਕਰਮ, ਹੋਮ ਜਗ ਤਰਪਣ, ਸਿੱਖਾ ਸੂਤ, ਭੱਦਣ, ਇਕਾਦਸ਼ੀ, ਪੂਰਨਮਾਸੀ ਆਦ ਦੇ ਵਰਤ, ਤਿਲਕ ਜੰਜੂ, ਤੁਲਸੀ ਮਾਲਾ, ਗੋਰ ਮੱਠ ਮਣੀ, ਮੂਰਤੀ ਪੂਜਾ ਆਦ ਭਰਮ ਰੂਪ ਕਰਮਾਂ ਉੱਤੇ ਨਿਸ਼ਚਾ ਨਹੀਂ ਕਰਨਾ। ਗੁਰ ਸਥਾਨ ਤੋਂ ਕਿਸੇ ਅਨ ਧਰਮ ਦੇ ਤੀਰਥ ਜਾਂ ਧਾਮ ਨੂੰ ਆਪਣਾ ਸਥਾਨ ਨਹੀਂ ਮੰਨਣਾ। ਪੀਰ ਬ੍ਰਾਹਮਣ ਪੁੱਛਣਾ, ਸੁਖਣਾ, ਸ਼ੀਰਨੀ, ਵੇਦ ਸ਼ਾਸਤਰ, ਗਾਇਤਰੀ, ਗੀਤਾ, ਕੁਰਾਨ, ਅੰਜੀਲ ਆਦ ਉੱਤੇ ਨਿਸ਼ਚਾ ਨਹੀਂ ਕਰਨਾ। ਪਰ ਇਹ ਵੀ ਲਿਖਿਆ, ਹਾਂ ਆਮ ਵਾਕਫੀ ਲਈ ਅਨਮਤਾਂ ਦੇ ਗ੍ਰੰਥਾਂ ਦਾ ਪੜ੍ਹਨਾ ਯੋਗ ਹੈ। ਤੇ
ਇਹਦੇ ਵਿੱਚ ਕੋਈ ਇਹੋ ਜੀ ਗੱਲ ਨਹੀਂ ਮੈਨੂੰ ਲੱਗਦੀ ਜਿਹੜੀ ਸਿੱਖਾਂ ਨੂੰ ਨਾ ਪਤਾ ਹੋਵੇ। ਠੀਕ ਹੈ, ਇਹਦੇ ਵਿੱਚ ਨਾ ਇਹ ਜਾਤ ਪਾਤ ਛੂਤ ਛਾਤ ਜੰਤਰ ਮੰਤਰ ਤੰਤਰ ਮਹੂਰਤ ਗਿਰੇ ਇਹ ਸਭ ਪਤਾ ਸਿੱਖਾਂ ਨੂੰ। ਇਹ ਕੋਈ ਭੇਦ ਲੁਕਿਆ ਹੋਇਆ ਨਹੀਂ ਹੈ ਵੀ ਪਾਤਸ਼ਾਹ ਜੀ ਨੇ ਇਹਨਾਂ ਤੋਂ ਸਾਨੂੰ ਮਨਾ ਕੀਤਾ, ਵਰਜਿਆ, ਪਰ ਫਿਰ ਵੀ ਪਤਾ ਨਹੀਂ ਕਿਉਂ। ਮੈਂ ਹੁਣ ਤੁਹਾਡੇ ਚੈਨਲ ਰਾਹੀਂ ਮਾਧਿਅਮ ਰਾਹੀਂ ਪੁੱਛਣਾ ਚਾਹਾਂਗਾ ਕਿ ਸਾਡੇ ਬੰਦੇ ਜਾਤ ਪਤਾ ਨਹੀਂ ਕਿਉਂ ਨਾਂ ਦੇ ਪਿੱਛੇ ਲਿਖੀ ਜਾਂਦੇ ਨੇ, ਘਰਾਂ ਦੇ ਅੱਗੇ ਜਾਤ ਲਿਖੀ ਜਾਂਦੇ ਨੇ, ਕਾਰਡਾਂ ਦੇ ਉੱਤੇ ਬੱਚੇ ਵਿਆਹਣ ਲੱਗਿਆ ਜਾਤ ਲਿਖੀ ਜਾਂਦੇ ਨੇ, ਜਦ ਕਿ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਇਸ ਜਾਤ ਪਾਤ ਤੋਂ ਦੂਰ ਰੱਖਿਆ। ਗੁਰੂ ਪਾਤਸ਼ਾਹ ਨੇ ਤਾਂ ਜਿਹੜਾ ਜਾਤ ਪਾਤ ਦਾ ਕੰਮ ਹੈ ਨਾ ਉਹਨੂੰ ਨਿਬੇੜ ਦਿੱਤਾ ਤੇ ਇੱਕੋ ਕੰਮ ਕਿਹਾ। ਪਾਤਸ਼ਾਹ ਜੀ ਕਹਿੰਦੇ ਨੇ ਕਿ ਜਾਤ ਜਨਮ ਨਾ ਪੁੱਛੀਐ, ਸੱਚ ਕਰ ਲੇਹੋ ਬਤਾਏ, ਸਾ ਜਾਤ ਸਾ ਪਤ ਹੈ, ਜਿਹੇ ਕਰਮ ਕਮਾਏ। ਬਸ ਇੱਥੇ ਕੰਮ ਨਿਬੇੜ ਦਿੱਤਾ ਗੁਰੂ ਸਾਹਿਬ ਜੀ ਨੇ ਵੀ ਜਿਹੋ ਜੇ ਕੋਈ ਕੰਮ ਕਰਦਾ ਹੈਗਾ ਇਹੋ ਜੀ ਉਹਦੀ ਜਾਤ, ਕਰਮਾਂ ਉੱਤੇ ਨਿਬੇੜਾ। ਨੀਵੇਂ ਕੰਮ ਕਰਨ ਵਾਲਾ ਨੀਵਾਂ, ਮਾੜੇ ਕੰਮ ਕਰਨ ਵਾਲਾ, ਦੁਰਾਚਾਰੀ ਕੰਮ ਕਰਨ ਵਾਲਾ ਤੇ ਚੰਗੇ ਤੇ ਨੇਕ ਕੰਮ ਕਰਨ ਵਾਲਾ ਮਹਾਨ ਹੈ। ਇਹ ਨਹੀਂ ਹੈ ਕਿ ਮੈਂ ਬ੍ਰਾਹਮਣ ਕੁਲ ਵਿੱਚ ਜੰਮਿਆ ਤਾਂ ਹੀ ਮੈਂ ਮਹਾਨ ਹੈਗਾ ਤੇ ਮੈਂ ਸ਼ੂਦਰ ਕੁਲ ਚ ਜੰਮਿਆ ਤਾਂ ਮੈਂ ਨੀਵਾਂ ਹੈਗਾ, ਐਸਾ ਨਹੀਂ ਹੈ। ਹੁਣ ਦੇਖੋ ਉਹਨਾਂ ਦੇ ਤਾਂ ਇਸ ਤਰ੍ਹਾਂ ਚੱਲਦਾ ਹੈ ਨਾ ਕਿ ਜਿਹੜੀ ਵਿਚਾਰਧਾਰਾ ਹੈਗੀ ਆ, ਤੁਲਸੀਦਾਸ ਕਹਿੰਦਾ ਹੈ ਕਿ ਸੋ ਵਿਪਰ ਦੀ ਇਸ ਵਿਚਾਰਧਾਰਾ ਨੂੰ ਤੁਲਸੀਦਾਸ ਕਹਿੰਦਾ ਹੈ ਕਿ ਸੇਵੀਐ ਵਿਪਰ ਗਿਆਨ ਗੁਣਹੀਨਾ। ਦੇਖੋ ਤੁਲਸੀਦਾਸ ਰਾਮਾਇਣ ਚ ਕੀ ਕਹਿੰਦਾ, ਕਹਿੰਦਾ ਸੇਵੀਐ ਵਿਪਰ ਗਿਆਨ ਗੁਣਹੀਨਾ, ਸੂਦਰ ਨਾ ਸੇਵੀਐ ਗਿਆਨ ਪ੍ਰਵੀਨਾ। ਲਓ ਜੀ, ਕਹਿਣ ਲੱਗਾ ਵੀ ਉਸ ਬ੍ਰਾਹਮਣ ਦੀ ਪੂਜਾ ਕਰੋ ਚਾਹੇ ਉਹ ਬ੍ਰਾਹਮਣ ਗਿਆਨ ਤੋਂ ਵਿਹੂਣਾ ਹੈ। ਇਹ ਪਿਛੋਕੜ ਕੀ ਹੈ, ਇਹ ਮਨੂ ਸਿਮਰਤੀ ਦਾ। ਮਨੂ ਸਿਮਰਤੀ ਕਹਿੰਦੀ ਹੈ ਬ੍ਰਾਹਮਣ ਪੜਿਆ ਹੋਵੇ ਨਾ ਪੜਿਆ ਹੋਵੇ, ਮੂਰਖ ਹੋਵੇ, ਉਹ ਹੈ ਦੁਰਾਚਾਰੀ ਹੋਵੇ, ਪਰ ਫਿਰ ਵੀ ਬ੍ਰਾਹਮਣ ਪੂਜਣ ਯੋਗ ਹੈ ਕਿਉਂਕਿ ਉਹ ਦੇਵਤਾ ਹੈ, ਕਿਉਂਕਿ ਉਹ ਕੁਲ ਬ੍ਰਹਮ ਕੁਲ ਵਿੱਚ ਜਨਮੇ। ਹੱਦ ਹੋ ਗਈ ਹੈ। ਹੁਣ ਤੁਲਸੀਦਾਸ ਵੀ ਇਹੀ ਕਹਿੰਦਾ, ਕਹਿੰਦਾ ਸੇਵੀਐ ਵਿਪਰ ਗਿਆਨ ਗੁਣਹੀਨਾ, ਵੀ ਗਿਆਨ ਤੋਂ ਵੀ ਹੀਣਾ ਹੋਵੇ ਤਾਂ ਵੀ ਉਹਦੀ ਸੇਵਾ ਕਰੋ। ਤੇ ਕਹਿਣ ਲੱਗੇ ਸ਼ੂਦਰ ਨਾ ਸੇਵੀਐ ਗਿਆਨ ਪ੍ਰਵੀਨਾ, ਤੇ ਸ਼ੂਦਰ ਜਿਹੜਾ ਹੈ ਉਹ ਗਿਆਨ ਵਿੱਚ ਜਿੰਨਾ ਮਰਜ਼ੀ ਸਿਆਣਾ ਹੋਵੇ ਤੇ ਉਹਨੂੰ ਉਹਦੀ ਸੇਵਾ ਨਾ ਕਰੋ। ਭਾਈ ਇਹ ਤੇ ਬਿਲਕੁਲ ਗਲਤ ਹੈਗਾ। ਗੁਰੂ ਨਾਨਕ ਸਾਹਿਬ ਜੀ ਦੇ ਨਾਲ ਮੈਂ ਤਾਂ ਹੈਰਾਨ ਹੁੰਦਾ, ਭਾਈ ਮਰਦਾਨਾ ਕੌਣ ਹੈ? ਇਹਨਾਂ ਦੇ ਮੁਤਾਬਕ ਤਾਂ ਸ਼ੂਦਰ ਹੈ ਨਾ, ਮਰਾਸੀ ਹੈ, ਪਰ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਉਹਦੀ ਕਲਾ ਨੂੰ ਪਹਿਚਾਣਦੇ, ਉਹਦੀ ਵਿਦਵਤਾ ਨੂੰ ਪਹਿਚਾਣਦੇ। ਪਾਤਸ਼ਾਹ ਕਹਿੰਦੇ ਨੇ ਮਰਦਾਨਿਆਂ ਛੇੜ ਰਵਾਬ, ਬਾਣੀ ਆਈ ਹੈ ਉਹ ਰਵਾਬ ਛੇੜਦਾ ਹੈਗਾ, ਤਾਰਾਂ ਛੇੜਦਾ ਹੈ। ਪਾਤਸ਼ਾਹ ਬਾਣੀ ਗਾਇਨ ਕਰਦੇ ਨੇ, ਜਿਸ ਰਾਗ ਵਿੱਚ ਮੇਰੇ ਸਤਿਗੁਰੂ ਬਾਣੀ ਗਾਇਨ ਕਰਦੇ ਉਸੇ ਰਾਗ ਦੀਆਂ ਸੁਰਾਂ ਵਜਾਵੇ। ਕਿੱਡਾ ਵਿਦਵਾਨ ਹੈਗਾ। ਪਾਤਸ਼ਾਹ ਨੇ ਉਹਨੂੰ ਫਿਰ ਭਾਈ ਕਿਹਾ, ਆਪਣਾ ਭਰਾ ਕਹਿ ਕੇ ਉਹਨੂੰ ਸਨਮਾਨਿਆ। ਸੋ ਸਿੱਖੀ ਦੇ ਵਿੱਚ ਕੋਈ ਜਾਤ ਪਾਤ ਨੂੰ ਥਾਂ ਨਹੀਂ ਹੈਗੀ ਹੈ। ਪਾਤਸ਼ਾਹ ਜੀ ਨੇ ਤਾਂ ਮੂਲੋਂ ਹੀ ਜਿਹੜਾ ਇਸ ਨੂੰ ਰੱਦ ਕਰ ਦਿੱਤਾ ਕਿ ਫੱਕੜ ਜਾਤੀ ਫੱਕੜ ਨਾਉ, ਸਭਨਾ ਜੀਆ ਏਕੋ ਛਾਉ। ਸੋ ਇਸ ਕਰਕੇ ਸਾਨੂੰ ਇਹ ਖਿਆਲ ਰੱਖਣਾ ਚਾਹੀਦਾ ਹੈਗਾ, ਜਿਹੜੇ ਛੂਤ ਛਾਤ ਦਾ ਵਿਤਕਰਾ ਕਰਦੇ ਨੇ, ਜੰਤਰ ਮੰਤਰ ਸ਼ਗਨ, ਇਹ ਸਾਡੇ ਨਹੀਂ ਹੈ। ਕੋਈ ਚੰਗਾ ਮਹੂਰਤ ਕਢਾਉਣ ਦੀ ਗੱਲ ਕਰਦਾ ਹੈ, ਇਹ ਵੀ ਸਾਡੇ ਨਹੀਂ ਹੈਗਾ। ਗ੍ਰਹਿ ਰਾਸ ਆਦ ਪਿੱਤਰ ਖਿਆ ਪਿੰਡ ਪੱਤਲ ਦੀਵਾ, ਇਹ ਸਭ ਸਾਡੇ ਗੁਰਮਤ ਅਨੁਸਾਰ ਕਰਮ ਨਹੀਂ ਹੈ। ਇਹ ਸਾਰੇ ਹੀ ਮਨਮਤੀ ਕਰਮ ਨੇ। ਵਰਤ ਇਤਿਆਦਿਕ ਰੱਖਣੇ, ਗੁਰਬਾਣੀ ਚ ਅਸੀਂ ਕਿੰਨੀ ਵਾਰ ਪੜ੍ਹਦੇ ਹਾਂ, ਛੋੜੈ ਅੰਨ ਕਰੈ ਪਾਖੰਡ, ਨਾ ਉਹ ਸਾਗਣ ਨਾ ਉਹ ਰੰਡ। ਜਿਹੜਾ ਹੈਗਾ ਸ਼ਰਾਧ ਇਤਿਆਦਿਕ ਕਰਨੇ, ਹੁਣ ਗੁਰਬਾਣੀ ਚ ਪਾਤਸ਼ਾਹ ਕਹਿੰਦੇ ਜੀਵਤ ਪਿੱਤਰ ਨਾ ਮਾਨੇ ਕੋ ਮੂਹੇ ਸ਼ਰਾਧ ਕਰਾਹੀ, ਵੀ ਜਿੰਦਾ ਜੀ ਤੁਹਾਡੇ ਤੋਂ ਆਪਣੇ ਮਾਪਿਆਂ ਦੀ ਸੇਵਾ ਤੁਸੀਂ ਕਰ ਨਹੀਂ ਰਹੇ, ਮਰਨ ਤੋਂ ਬਾਅਦ ਤੁਸੀਂ ਕੜਾਹ ਪੂਰੀਆਂ ਖਵਾਉਂਦੇ ਹੋ, ਇਹ ਕਰਨਾ ਬੰਦ ਕਰੋ, ਇਹ ਲੋੜ ਨਹੀਂ ਹੈ। ਜਿਉਂਦੇ ਜੀ ਆਪਣੇ ਮਾਪਿਆਂ ਦੀ ਸੇਵਾ ਕਰੋ। ਕਿ ਕਿਸੇ ਖਾਸ ਬ੍ਰਾਹਮਣ ਨੂੰ ਜਾ ਕੇ ਪੁੱਛਣਾ, ਇਹ ਵੀ ਮਨਮਤ ਹੈਗੀ ਹੈ। ਰਾਸੀਆਂ ਵਿਚਵਾਣੀਆਂ, ਪਾਤਸ਼ਾਹ ਕਹਿੰਦੇ ਨੇ ਕਿ ਭਾਈ ਇਹਨਾਂ ਸਾਰੇ ਕਰਮਾਂ ਤੋਂ ਸਿੱਖ ਜਿਹੜਾ ਹੈ ਉਹ ਪਾਸੇ ਰਵੇ। ਸਿੱਖ ਕਿਸੇ ਵੀ ਇਹਨਾਂ ਕਰਮਾਂ ਇਤਿਆਦਿਕ ਤੇ ਵਿਸ਼ਵਾਸ ਨਹੀਂ ਰੱਖਦਾ, ਕੋਈ ਥਿਤ ਮਹੂਰਤ ਇਤਿਆਦਿਕ ਤੇ ਵਿਸ਼ਵਾਸ ਨਹੀਂ ਰੱਖਦਾ। ਸਿੱਖ ਤਾਂ ਸਗੋਂ ਗੁਰਬਾਣੀ ਚ ਪੜਦਾ ਹੈ ਕਿ ਸਗਨ ਅਪ ਸਗਨ ਤਿਸ ਕੋ ਲੱਗੈ ਜਿਸ ਚੀਤ ਨਾ ਆਵੇ। ਜਿਹਨੂੰ ਰੱਬ ਚੇਤੇ ਨਹੀਂ ਨਾ, ਜਿਹਦੇ ਕੋਲ ਰੱਬ ਨਹੀਂ ਹੈ, ਉਹਨੂੰ ਲੱਗਦਾ ਇਹ ਸਗਨ ਅਪ ਸਗਨ। ਤੇ
ਪਾਤਸ਼ਾਹ ਜੀ ਕਹਿੰਦੇ ਸੋਈ ਦਿਵਸ ਭਲਾ ਮੇਰੇ ਭਾਈ, ਹਰ ਗੁਣ ਗਾਏ ਪਰਮਗਤ ਪਾਈ। ਦਿਨ ਰੈਣ ਸਭ ਸੁਹਾਵਣੇ ਪਿਆਰੇ, ਜਿਤ ਜਪੀਐ ਹਰ ਨੌ। ਬਸ ਸਿੱਖ ਤਾਂ ਇੱਥੇ ਵਿਸ਼ਵਾਸ ਰੱਖਦਾ ਹੈ, ਕਿਸੇ ਥਿਤ ਮਹੂਰਤ ਇਤਿਆਦਿਕ ਤੇ ਵਿਸ਼ਵਾਸ ਨਹੀਂ ਰੱਖਦਾ। ਚੇਤ ਬਸੰਤ ਭਲਾ ਭਵਰ ਸੁਹਾਵੜੇ, ਵੈਸਾਖ ਭਲਾ ਸਾਖਾ ਵੇਸ ਕਰੇ। ਗੁਰਬਾਣੀ ਨੂੰ ਤੁਸੀਂ ਦੇਖੋ ਨਾ, ਗੁਰੂ ਨਾਨਕ ਸਾਹਿਬ ਦਾ 12 ਮਾਹ ਤੁਖਾਰੀ ਪੜੋਗੇ ਨਾ, ਤੇ ਪਾਤਸ਼ਾਹ ਨੇ ਸਭ ਭਲਾ ਭਲਾ ਕਿਹਾ। 12 ਮਾਹਾਂ ਦੇ ਵਿੱਚ ਚੇਤ ਬਸੰਤ ਭਲਾ ਭਵਰ ਸੁਹਾਵੜੇ, ਵੈਸਾਖ ਭਲਾ ਸਾਖਾਂ ਵੇਸ ਕਰੇ, ਮਹਾ ਜੇਠ ਭਲਾ ਪ੍ਰੀਤਮ ਕਿਉਂ ਬਿਸਰੈ, ਆਸਾੜ ਭਲਾ ਸੂਰਜ ਅਗਨ ਤਪੈ। ਸੋ ਪਰ ਲੋਕ ਕਹਿੰਦੇ ਨੇ 12 ਮਹੀਨੇ ਤੇ 12 ਹੀ ਰਾਸੀਆਂ ਨੇ, ਕਿਹੜੇ ਮਹੀਨੇ 'ਚ ਕਿਹੜੀ ਰਾਸੀ ਠੀਕ ਹੈ, ਕਿਵੇਂ ਚੰਗਾ ਹੈ। ਇੱਥੇ ਸਭ ਭਲਾ ਹੈ। ਇਹ ਤੇ ਗੁਰਬਾਣੀ ਜਿਹੜੀ ਹੈ ਉਹ ਸਾਨੂੰ ਕਿੱਡੇ ਕਮਾਲ ਦੀ ਗੱਲ ਕਰਦੀ ਹੈ ਕਿ ਬੇਦਸ ਮਹਾਰੁਤੀ ਥਿਤਵਾਰ ਭਲੇ, ਘੜੀ ਮੂਰਤ ਪਲ ਸਾਚੇ ਆਏ ਸਹਿਜ ਮਿਲੇ। ਸੋ ਭਾਈ ਗੁਰੂ ਸਾਹਿਬ ਜੀ ਨੇ ਸਾਨੂੰ ਇਹਨਾਂ ਸਾਰੀਆਂ ਚੀਜ਼ਾਂ ਤੋਂ ਬਚਾ ਲਿਆ ਹੈਗਾ। ਜਿਹੜੇ ਪਿੱਤਰ ਇਤਿਆਦਿਕ ਦੀ ਪੂਜਾ ਕਰਦੇ ਨੇ ਜਾਂ ਪਿੱਤਰ ਕਰਮ ਦੇ ਕਰਕੇ, ਗੁਰੂ ਪਾਤਸ਼ਾਹ ਜੀ ਨੇ ਤਾਂ ਸਭ ਕਿਹਾ ਸਾਡੀ ਪੂਜਾ ਕਰਕੇ ਪਿੱਤਰਾਂ ਦਾ ਛੁਟਕਾਰਾ ਨਹੀਂ ਹੋਣਾ, ਉਹਦੇ ਆਪਣੇ ਕਰਮਾਂ ਕਰਕੇ ਹੋਣਾ ਸੀ। ਪਾਤਸ਼ਾਹ ਕਹਿੰਦੇ ਮੰਦਾ ਚੰਗਾ ਆਪਣਾ, ਆਪੇ ਹੀ ਕੀਤਾ ਪਾਵਣਾ, ਆਪੇ ਬੀਜ ਆਪੇ ਹੀ ਖਾਹੋ, ਨਾਨਕ ਹੁਕਮੀ ਆਵੋ ਜਾਓ। ਇੱਥੇ ਤਾਂ ਬੜਾ ਸਪਸ਼ਟ ਸੰਦੇਸ਼ ਹੈ, ਆਪਣ ਤੀ ਆਪਣਾ ਆਪੇ ਹੀ ਕਾਜ ਸਵਾਰੀ ਹੈ। ਤੇ ਦੂਜੀ ਗੱਲ, ਤੁਸੀਂ ਕਿਵੇਂ ਦਾਵਾ ਕਰ ਸਕਦੇ ਹੋ ਤੁਹਾਡੇ ਪਿੱਤਰ ਉਹ ਪਿੱਤਰ ਲੋਕ ਵਿੱਚ ਰਹਿੰਦੇ ਨੇ, ਉੱਥੇ ਵਾਸਾ ਹੈਗਾ। ਗੁਰਬਾਣੀ ਨੇ ਤੇ ਕਿਹਾ ਇੱਕ ਦੱਜੈ ਇੱਕ ਦਬੀਐ, ਇੱਕ ਨਾ ਕੁੱਤੇ ਖਾਏ, ਇੱਕ ਪਾਣੀ ਵਿੱਚ ਉਸਟੀਐ, ਇੱਕ ਫਿਰ ਹੱਸਣ ਪਾਏ, ਨਾਨਕ ਏਵ ਨ ਜਾਪੀ ਕਿੱਥੇ ਜਾਏ ਸਮਾਏ। ਗੁਰਬਾਣੀ ਤਾਂ ਸਾਫ਼ ਕਹਿ ਦਿੰਦੀ ਇੱਥੇ ਹੀ, ਪਵਨੈ ਮੈਂ ਪਵਨ ਸਮਾਇਆ, ਜੋਤੀ ਮੈਂ ਜੋਤ ਰਲ ਜਾਏ। ਬੜਾ ਸਾਫ਼ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਸੰਦੇਸ਼ ਜਿਹੜਾ ਹੈ ਉਹ ਸਮਝਾ ਦਿੱਤਾ ਹੈ। ਕੋਈ ਆਟੇ ਦਾ ਦੀਵਾ ਬਣਾ ਦਿੰਦਾ ਹੈ ਕਿ 360 ਦਿਨ ਲੱਗਣਗੇ, ਕੋਈ ਕਾਹਦਾ ਦੀਵਾ ਜਗਾਉਂਦਾ ਹੈ ਵੀ ਦੁੱਤਰ ਨਦੀ ਤਰੇਗੀ। ਸਾਡੇ ਕਿਹੜਾ ਦੀਵਾ ਗੁਰੂ ਸਾਹਿਬ ਨੇ ਤਿਆਰ ਕੀਤਾ? ਗੁਰੂ ਸਾਹਿਬ ਕਹਿੰਦੇ ਦੀਵਾ ਮੇਰਾ ਏਕ ਨਾਮ, ਦੁੱਖ ਵਿੱਚ ਪਾਇਆ ਤੇਲ, ਉਨ ਚਾਨਣ ਉਹ ਸੋਖਿਆ, ਚੂਕਾ ਜਮਸਿਓ ਮੇਲ, ਲੋਕਾ ਮਤ ਕੋ ਫੱਕੜ ਪਾਏ, ਲੱਖ ਮਣੀਆਂ ਕਰ ਇੱਕ ਤੇ, ਇੱਕ ਰੱਤੀ ਲੈ ਪਾਏ। ਸੋ ਸਾਡੇ ਗੁਰੂ ਪਾਤਸ਼ਾਹ ਜੀ ਨੇ ਬਿਲਕੁਲ ਸਾਫ਼ ਸੰਦੇਸ਼ ਦਿੱਤਾ ਹੈ ਕਿ ਜੇ ਮੁਹਾਕਾ ਘਰ ਮੋਹੇ, ਘਰ ਮੋਹੇ ਪਿੱਤਰੀ ਦੇ, ਅੱਗੇ ਵਸਤ ਸਿੰਝਾਣੀ ਹੈ ਪਿੱਤਰੀ ਚੋਰ ਕਰੇ। ਜੇ ਅੱਗੇ ਪਹਿਚਾਣੀ ਗਏ ਫਿਰ ਤੂੰ ਆਪਣੇ ਪਿੱਤਰਾਂ ਨੂੰ ਚੋਰ ਠਹਿਰਾ ਦੇਗਾ। ਕਹਿਣ ਲੱਗੇ ਵੱਡੀਆਂ ਹੱਥ ਦਲਾਲ ਕੇ, ਮੁਸੱਫੀ ਇਹ ਕਰੇ, ਨਾਨਕ ਅੱਗੇ ਸੋ ਮਿਲੇ, ਜੇ ਕੱਟੇ ਕਾਲੇ। ਪਾਤਸ਼ਾਹ ਕਹਿੰਦੇ ਆ ਦਲਾਲੀ ਜਿਹੜੇ ਖਾ ਰਹੇ ਨਾ ਬ੍ਰਾਹਮਣ ਹੈ ਵੀ ਤੁਹਾਡੇ ਬਾਬੇ ਨੂੰ ਅਸੀਂ ਪਹੁੰਚਾ ਦੇਵਾਂਗੇ। ਕਹਿਣ ਲੱਗੇ ਇਹ ਹੱਥ ਵੱਢਣ ਵਾਲਾ ਕੰਮ, ਦਲਾਲਾਂ ਦੇ ਹੱਥ ਵੱਡੇ ਜਾਣੇ। ਅੱਗੇ ਅੱਗੇ ਕੁਝ ਨਹੀਂ ਇੱਥੋਂ ਦਾ ਖਾਦਾ ਪੀਤਾ ਉੱਥੇ ਨਹੀਂ ਪਹੁੰਚਦਾ ਹੁੰਦਾ। ਕਿਸੇ ਨੇ ਪੁੱਛਿਆ ਸੀ ਸਭ ਤੋਂ ਫਾਸਟ ਈਮੇਲ ਕਿਹੜੀ ਹੈ, ਤੇ ਕਿਸੇ ਨੇ ਕਹਿ ਦਿੱਤਾ ਮਜ਼ਾਕ ਵਿੱਚ ਵੀ ਬ੍ਰਾਹਮਣਾਂ ਤੇ ਭਾਈਆਂ ਦੇ ਢਿੱਡ ਨੇ ਸਭ ਤੋਂ ਫਾਸਟ ਈਮੇਲ, ਇਧਰੋਂ ਖਾਓ ਤੇ ਉਧਰੋਂ ਪਿੱਤਰਾਂ ਨੂੰ ਪਹੁੰਚਾ ਦਿੰਦੇ। ਸੋ ਇਸ ਕਰਕੇ ਭਾਈ ਬਿਲਕੁਲ ਸਾਫ਼ ਸੰਦੇਸ਼ ਗੁਰੂ ਸਾਹਿਬ ਨੇ ਕਿਹਾ ਕਿ ਜੀਵਤ ਪਿੱਤਰ ਨਾ ਮਾਨੇ ਕੋ, ਮੂਹੇ ਸਰਾਧ ਕਰਾਹੀ, ਪਿੱਤਰ ਵੀ ਬਪਰੇ ਕਹੋ, ਕਿਉਂ ਪਾਵੇਂ ਕਊਆ ਕੁਕਰ ਖਾਏ। ਸੋ ਇਹਨਾਂ ਸਾਰੇ ਜਿਹੜੇ ਭਰਮ ਰੂਪ ਕਰਮਾਂ ਉੱਤੋਂ ਸਾਨੂੰ ਬਚਾਇਆ ਹੈਗਾ। ਇੱਕ ਗੱਲ ਜ਼ਰੂਰ ਲਿਖੀ ਹੈ ਕਿ ਜਿੱਥੇ ਦੇਖੋ ਇੱਥੇ ਲਿਖਿਆ ਹੈ ਕਿ ਗਾਇਤਰੀ, ਗੀਤਾ, ਕੁਰਾਨ, ਅੰਜੀਲ ਉੱਤੇ ਨਿਸ਼ਚਾ ਨਹੀਂ ਰੱਖਣਾ। ਨਿਸ਼ਚਾ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਹਾਂ, ਆਮ ਵਾਕਫੀ ਨਹੀਂ ਅਨਮਤਾਂ ਦੇ ਗ੍ਰੰਥ ਪੜ੍ਹ ਸਕਦੇ ਆ। ਵੱਧ ਤੋਂ ਵੱਧ ਸਾਨੂੰ ਗਿਆਨ ਹੋਣਾ ਚਾਹੀਦਾ। ਕੱਲ ਵੀ ਮੈਂ ਕਿਹਾ ਸੀ ਵੀ ਸਿੱਖ ਦੇ ਪ੍ਰਚਾਰਕ ਦੀ ਜਾਂ ਸਿੱਖ ਦੀ ਕੰਪੈਰੀਜ਼ਨ ਸਟੱਡੀ ਹੋਣੀ ਚਾਹੀਦੀ ਹੈਗੀ। ਖਾਲਸਾ ਸਾਰੇ ਮਤਾਂ ਤੋਂ ਨਿਆਰਾ ਰਹੇ, ਪਰ ਕਿਸੇ ਅਨਧਰਮੀ ਦਾ ਦਿਲ ਨਾ ਦੁਖਾਏ। ਇਹ ਬਹੁਤ ਵੱਡੀ ਗੱਲ ਹੈ ਕਿ ਸਾਰੇ ਧਰਮਾਂ ਤੋਂ ਅਸੀਂ ਵੱਖ ਰਹਿਣਾ ਹੈਗਾ। ਉਹਨਾਂ ਦੇ ਪੂਜਾ ਪਾਠ ਇਤਿਆਦਿਕ ਅਸੀਂ ਨਹੀਂ ਕਰਨੇ ਹੈਗੇ, ਉਹਨਾਂ ਨੂੰ ਮੁਬਾਰਕ, ਪਰ ਅਸੀਂ ਕਿਸੇ ਦਾ ਦਿਲ ਦੁਖਾਉਣ ਦਾ ਸਾਨੂੰ ਅਧਿਕਾਰ ਨਹੀਂ ਹੈਗਾ। ਖਾਲਸਾ ਕਿਸੇ ਦਾ ਦਿਲ ਨਹੀਂ ਦੁਖਾਉਂਦਾ ਹੈਗਾ। ਕੱਕਾ ਭਾਗ ਹੈ, ਹਰ ਇੱਕ ਕੰਮ ਕਰਨ ਤੋਂ ਪਹਿਲਾਂ ਵਾਹਿਗੁਰੂ ਅੱਗੇ ਅਰਦਾਸ ਕਰੇ। ਇਹ ਸਾਡਾ ਵਿਧਾਨ ਹੈ। ਜੀ ਕੀ ਬਿਰਥਾ ਹੋਏ ਸੋ ਗੁਰ ਪੈ ਅਰਦਾਸ ਕਰ, ਕੀਤਾ ਲੋੜੀਏ ਕੰਮ ਸੋ ਹਰ ਪੈ, ਆਖੀਏ ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀਏ। ਇਹਨੂੰ ਅਸੀਂ ਪਿਛਲੇ ਪੀਰੀਅਡ ਵਿੱਚ ਅਰਦਾਸ ਦੇ ਵਿੱਚ ਵਿਸਥਾਰ ਨਾਲ ਸਮਝ ਚੁੱਕੇ ਹਾਂ, ਕਰ ਚੁੱਕੇ ਹੈਗੇ ਹਾਂ। ਸੋ ਹਰ ਇੱਕ ਕਰਮ ਕਰਨ ਤੋਂ ਪਹਿਲਾਂ ਅਰਦਾਸ ਕਰਨੀ। ਫਿਰ ਹੈ ਸਿੱਖ ਲਈ ਗੁਰਮੁਖੀ ਵਿਦਿਆ ਪੜ੍ਹਨੀ ਜ਼ਰੂਰੀ ਹੈ, ਹੋਰ ਵਿਦਿਆ ਵੀ ਪੜ੍ਹੇ। ਦੇਖੋ ਇੰਪੋਰਟੈਂਟ ਹੈ ਵੀ ਲਿਖਿਆ ਵੀ ਸਿੱਖ ਉਹ ਹੈ
ਜਿਹੜਾ ਕਿ ਗੁਰਮੁਖੀ ਵਿਦਿਆ ਵੀ ਪੜ੍ਹੇ। ਗੁਰਮੁਖੀ ਵਿਦਿਆ ਪੜ੍ਹਨੀ ਬਹੁਤ ਜ਼ਰੂਰੀ ਹੈ ਤੇ ਇਹਦੇ ਨਾਲ ਹੋਰ ਵਿਦਿਆ ਸਿੱਖ ਜਿਹੜਾ ਉਹ ਪੜ੍ਹੇ। ਗੁਰੂ ਗੋਬਿੰਦ ਸਿੰਘ ਮਹਾਰਾਜ, ਗੁਰੂ ਅਰਜਨ ਸਾਹਿਬ ਮਹਾਰਾਜ ਨੇ ਸਿੱਖਾਂ ਨੂੰ ਬਾਹਰ ਪੜ੍ਹਨ ਦਾ ਪ੍ਰਬੰਧ ਕੀਤਾ ਔਰ ਕਾਂਸੀ ਤੱਕ ਸਿੱਖ ਪੜ੍ਹਨ ਗਏ। ਜੋ ਪਹਿਲਾਂ ਬਹੁਤ ਵੱਡੇ ਇੰਸਟੀਚਿਊਟ ਹੁੰਦੇ ਸੀ ਉਹਨਾਂ ਵਿੱਚ ਸਿੱਖਾਂ ਨੂੰ ਪੜ੍ਹਾਇਆ। ਆਪ ਵੀ ਗੁਰੂ ਸਾਹਿਬ ਜੀ ਪੜ੍ਹੇ ਔਰ ਗੁਰੂ ਸਾਹਿਬ ਜੀ ਨੇ ਸਿੱਖਾਂ ਵਾਸਤੇ ਗੁਰੂ ਕੀ ਕਾਂਸੀ ਇੰਸਟੀਚਿਊਟ ਖੋਲਿਆ ਔਰ ਲਿਖਣਸਰ ਸਾਹਿਬ ਗੁਰਦੁਆਰਾ ਜੋ ਦਮਦਮਾ ਸਾਹਿਬ ਵਿੱਚ ਉਹ ਇਸ ਗੱਲ ਦਾ ਪ੍ਰਤੀਕ ਹੈ। ਅੱਜ ਸਾਨੂੰ ਸੰਦੇਸ਼ਾ ਦੇ ਰਿਹਾ ਵੀ ਸਿੱਖਾ ਗੁਰੂ ਗੋਬਿੰਦ ਸਿੰਘ ਮਹਾਰਾਜ ਲਿਖਣਸਰ ਸਾਹਿਬ ਕਾਇਮ ਕਰਕੇ ਗਏ ਨੇ ਤੇ ਤੂੰ ਊੜੇ ਤੋਂ ਵਾਂਝਾ ਨਾ ਰਹੀ। ਊੜੇ ਅਤੇ ਜੂੜੇ ਦੀ ਸੰਭਾਲ ਤੈਨੂੰ ਕਰਨੀ ਆਣੀ ਚਾਹੀਦੀ। ਕਿਤੇ ਨਾ ਹੋਵੇ ਕਿ ਊੜਾ ਵਿਸਰ ਗਿਆ ਤੇ ਜੂੜੇ ਤੋਂ ਵਾਂਝਾ ਹੋ ਗਿਆ, ਜੂੜਾ ਵਿਸਰ ਗਿਆ ਤੇ ਊੜਾ ਵਾਂਝਾ ਹੋ ਗਿਆ। ਸੋ ਸੰਤਾਨ ਨੂੰ ਗੁਰਮੁਖੀ ਗੁਰਸਿੱਖੀ ਦੀ ਵਿਦਿਆ ਦਿਵਾਉਣੀ ਸਿੱਖ ਦਾ ਫਰਜ਼ ਹੈ, ਆਪਣਾ ਨੈਤਿਕ ਫਰਜ਼ ਸਮਝੇ। ਇਹ ਨਹੀਂ ਕਿ ਵੀ ਸਿੱਖ ਆਪਣੇ ਬੱਚੇ ਨੂੰ ਠੀਕ ਹੈ ਡਾਕਟਰ ਬਣਾਓ, ਇੰਜੀਨੀਅਰ ਬਣਾਓ, ਸਾਇੰਸ ਪੜਾਓ, ਇੰਗਲਿਸ਼ ਪੜਾਓ, ਪਰ ਇਹਦੇ ਨਾਲ ਗੁਰਸਿੱਖੀ ਦੀ ਵਿਦਿਆ ਸਾਡਾ ਜਿਹੜਾ ਵਿਰਸਾ ਹੈਗਾ ਉਹ ਬੱਚੇ ਨੂੰ ਦ੍ਰਿੜ ਕਰਾਉਣਾ ਬਹੁਤ ਜ਼ਰੂਰੀ ਹੈਗਾ। ਸੋ ਮੈਂ ਇੱਥੇ ਬੇਨਤੀ ਵੀ ਕਰਾਂਗਾ ਕਿ ਜਿਹੜੇ ਵੀਰ ਸੁਣ ਰਹੇ ਨੇ ਉਹ ਔਰ ਚੈਨਲ ਦੇ ਰਾਹੀਂ ਸੁਣਦੇ ਨੇ, ਉਹਨਾਂ ਨੂੰ ਬੇਨਤੀ ਹੈ ਕਿ ਸਾਡੀ ਜਥੇਬੰਦੀ ਜਿਹੜਾ ਹੈ ਉਹ ਆਨਲਾਈਨ ਤੁਸੀਂ ਘਰ ਬੈਠੇ 1-2 ਦਿਨ ਵਿੱਚ ਪੰਜਾਬੀ ਸਿੱਖ ਸਕਦੇ ਹੋ। ਸਿਖਾਉਣ ਦਾ ਅਸੀਂ ਪ੍ਰਣ ਕੀਤਾ ਹੋਇਆ ਹੈਗਾ, ਪਹਿਲਾਂ ਵੀ ਮੈਂ ਗੱਲ ਕੀਤੀ ਹੈਗੀ। ਸੋ ਜਿੱਥੇ ਕਿਸੇ ਦਾ ਕੋਈ ਰਿਸ਼ਤੇਦਾਰ ਹੈ, ਵੀਰ ਹੈ, ਭੈਣ ਹੈ, ਕੋਈ ਚਾਹਨਾ ਰੱਖਦਾ ਵੀ ਮੈਂ ਗੁਰਸਿੱਖੀ ਸਿੱਖਣਾ ਚਾਹੁੰਦਾ, ਗੁਰਮੁਖੀ ਵਿਦਿਆ ਸਿੱਖਣਾ ਚਾਹੁੰਦਾ, ਤਾਂ ਉਹ ਸੰਪਰਕ ਕਰ ਸਕਦਾ ਹੈਗਾ ਤਾਂ ਕਿ ਉਹ ਘਰ ਬੈਠੇ ਹੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਸਿੱਖ ਜਾਏ। ਸੋ ਕੇਸ ਲੜਕੇ ਕੇ ਜੋ ਹੋਏ ਸੋ ਉਹਨਾਂ ਦਾ ਬੁਰਾ ਨਾ ਮੰਗੇ, ਕੇਸ ਉਹੀ ਰੱਖੇ ਨਾਮ ਸਿੰਘ ਰੱਖੇ, ਸਿੱਖ ਆਪਣੇ ਲੜਕੇ ਲੜਕੀਆਂ ਦੇ ਕੇਸ ਸਾਬਤ ਰੱਖੇ। ਇੱਥੇ ਜੋ ਹੋਏ ਦਾ ਭਾਵ ਹੈ ਜਮਾਂਦਰੂ ਕੇਸ, ਜਦੋਂ ਬੱਚਾ ਜਨਮਿਆ ਹੈਗਾ। ਕਈ ਕੀ ਕਰਦੇ ਨੇ ਕਿ ਜਮਾਂਦਰੂ ਕੇਸ ਜਿਹੜੇ ਨੇ ਉਹ ਜਦੋਂ ਬੱਚਾ ਜਨਮਿਆ ਕੇਸ ਉਹਦੇ ਸਿਰ ਤੇ ਸੀ, ਉਹਨਾਂ ਨੂੰ ਜਿਹੜਾ ਨਾਈ ਕੋਲੋਂ ਸਾਫ਼ ਕਰਾ ਦਿੰਦੇ ਸੀ, ਮੁੰਡਨ ਕਰਾ ਦਿੰਦੇ ਸੀ। ਤੇ ਗੁਰੂ ਸਾਹਿਬ ਜੀ ਨੇ ਸਾਨੂੰ ਕਿਹਾ ਕਿ ਨਹੀਂ, ਜੋ ਰੱਬ ਦੀ ਦਾਤ ਹੈ ਉਸ ਨੂੰ ਇਸੇ ਤਰ੍ਹਾਂ ਰੱਖਣਾ ਹੈਗਾ। ਸੋ ਕੇਸ ਤਾਂ ਗੁਰੂ ਦੀ ਮੋਹਰ ਨੇ, ਜੇ ਜਨਮ ਤੋਂ ਹੀ ਨੇ ਉਹੀ ਕੇਸ ਹਮੇਸ਼ਾ ਰੱਖਣੇ ਹੈਗੇ। ਸਿੱਖ ਭੰਗ, ਅਫੀਮ, ਸ਼ਰਾਬ, ਤਮਾਕੂ ਆਦਿ ਨਸ਼ੇ ਨਾ ਵਰਤੇ, ਅਮਲ ਪ੍ਰਸਾਦੇ ਦਾ ਹੀ ਰੱਖੇ। ਕਿਸੇ ਵੀ ਪ੍ਰਕਾਰ ਦਾ ਸਿੱਖ ਨੇ ਨਸ਼ਾ ਨਹੀਂ ਕਰਨਾ। ਕਈ ਵਾਰ ਕੋਈ ਚਾਰ ਪੁਰਹਿਤਾਂ ਨੂੰ ਲੈ ਕੇ ਕਈ ਕਿੰਤੂ ਪਰੰਤੂ ਕਰ ਦਿੰਦੇ ਨੇ, ਦੇਖੋ ਜੀ ਉੱਥੇ ਤਮਾਕੂ ਲਿਖਿਆ, ਹੋਰ ਨਸ਼ੇ ਨਹੀਂ ਲਿਖੇ। ਹੁਣ ਇੱਥੇ ਗੱਲ ਕਲੀਅਰ ਹੋ ਗਈ, ਰਹਿਤ ਮਰਿਆਦਾ ਵਿੱਚ ਜਦੋਂ ਗੁਰਮਤ ਦੀ ਰਹਿਣੀ ਕਰ ਰਹੇ ਨੇ ਤਾਂ ਇੱਥੇ ਸਾਫ਼ ਲਿਖਿਆ ਹੋਇਆ ਸਿੰਘ ਭੰਗ ਦਾ, ਅਫੀਮ ਦਾ, ਸ਼ਰਾਬ ਦਾ, ਤਮਾਕੂ ਦਾ, ਆਦਿ ਮਤਲਬ ਹੋਰ ਵੀ ਜਿਹੜੇ ਇਹਦੇ ਵਿੱਚ ਜੇ ਤੁਸੀਂ ਸਮਝਦੇ ਹੋ ਕਿ ਦਰਜ ਹੋਣੇ ਚਾਹੀਦੇ ਸੀ, ਜਿੰਨੇ ਵੀ ਪ੍ਰਕਾਰ ਦੇ ਨਸ਼ੇ ਨੇ, ਕਿਸੇ ਵੀ ਪ੍ਰਕਾਰ ਦਾ ਸਿੱਖ ਨੂੰ ਨਸ਼ਾ ਕਰਨ ਦੀ ਇਜਾਜ਼ਤ ਨਹੀਂ। ਇਹ ਅਕਾਲ ਤਖਤ ਸਾਹਿਬ ਦੀ ਮਰਿਆਦਾ ਹੈ। ਸੋ ਅਮਲ ਪ੍ਰਸ਼ਾਦੇ ਦਾ ਹੀ ਰੱਖਣਾ ਹੈਗਾ। ਤੇ ਸਿੱਖ ਮਰਦ ਅਥਵਾ ਇਸਤਰੀ ਨੂੰ ਨੱਕ ਕੰਨ ਛੇਦਣਾ ਮਨਾ ਹੈਗਾ। ਜਿਹੜੀਆਂ ਸਿੱਖ ਬੀਬੀਆਂ ਨੇ ਉਹ ਨੱਕ ਕੰਨ ਛੇਦ ਲੈਂਦੀਆਂ ਨੇ, ਕਹਿਣ ਕਿ ਇਹ ਨੱਕ ਜਿਹੜਾ ਹੈ ਉਹ ਕੰਨ ਨਹੀਂ ਛੇਦਣੇ, ਭਾਵ ਛੇਦਕ ਗਹਿਣੇ ਨਹੀਂ ਪਾਣੇ ਨੇ। ਕਈ ਵਾਰ ਜਿਹੜੀਆਂ ਬੱਚੀਆਂ ਨੇ ਉਹ ਸਨਾਤਨ ਧਰਮ ਵਿੱਚੋਂ ਨੇ ਔਰ ਬਾਅਦ ਵਿੱਚ ਉਹਨਾਂ ਨੇ ਅੰਮ੍ਰਿਤ ਛਕ ਲਿਆ, ਜਾਂ ਉਹਨਾਂ ਦਾ ਜਿਹੜਾ ਪਤੀ ਹੈ ਉਹ ਸਿੱਖ ਹੈਗਾ ਤੇ ਉਹਨਾਂ ਦੇ ਪਹਿਲਾਂ ਦੇ ਛਿਦੇ ਹੋਏ ਨੇ, ਤਾਂ ਉਹਨੂੰ ਕੋਸ਼ਿਸ਼ ਇਹ ਕਰਨੀ ਚਾਹੀਦੀ ਹੈ ਕਿ ਉਹਦੇ ਵਿੱਚੋਂ ਬਾਹਰ ਨਿਕਲ ਕੇ ਆ ਤੇ ਉਹ ਛੇਦਕ ਗਹਿਣੇ ਨਾ ਪਾ। ਇਹ ਜਿਹੜਾ ਹੈ ਇਹ ਗੁਲਾਮੀ ਦੀ ਨਿਸ਼ਾਨੀ ਉਸ ਵੇਲੇ ਮੰਨੀ ਜਾਂਦੀ ਸੀ ਵੀ ਨੱਕ ਵਿੱਚ ਨਕੇਲ ਪਾ ਕੇ ਔਰ ਗਜਨੀ ਦੇ ਬਾਜ਼ਾਰਾਂ ਵਿੱਚ ਔਰਤਾਂ ਨੂੰ ਵੇਚਿਆ ਜਾਂਦਾ ਸੀਗਾ। ਇਹ ਗੁਲਾਮੀ ਦਾ ਪ੍ਰਤੀਕ ਸੀਗਾ ਉਸ ਵੇਲੇ। ਸੋ ਗੁਰੂ ਕਾ ਸਿੱਖ ਕੰਨਿਆ ਨਾ ਮਾਰੇ, ਕੁੜੀ ਮਾਰ ਨਾਲ ਨਾ ਵਰਤੇ। ਇਹ ਬਿਲਕੁਲ ਸਾਫ਼ ਹੈ ਕਿ ਭਰੂਣ ਹੱਤਿਆ ਵੱਲ ਇਸ਼ਾਰਾ ਹੈਗਾ। ਇਹ ਸਿੱਖ ਗੁਰੂ ਪੰਥ ਜਿਹੜਾ ਇਹ ਕਹਿ ਰਿਹਾ ਵੀ ਉਹ ਕੰਨਿਆ ਨਹੀਂ ਮਾਰਨੀ, ਧੀ ਨੂੰ ਮਾਰਨਾ ਨਹੀਂ ਹੈ। ਜੋ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਹੀ ਤੁਸੀਂ ਵੇਖ ਲਓ ਕਿ ਔਰਤਾਂ ਦੇ ਹੱਕ ਵਿੱਚ ਆਵਾਜ਼ ਚੁੱਕੀ ਹੈ, ਭੰਡ ਜੰਮੀਏ ਭੰਡ ਨਮੀਏ ਭੰਡ ਮੰਗਣ, ਵਿਆਹ ਭੰਡੋ ਹੋਵੇ ਦੋਸਤੀ ਭੰਡੋ ਚੱਲੇ ਰਹਾ। ਵੀ ਇਹ ਇਸ ਔਰਤ ਤੋਂ ਹੀ, ਇਸ ਬੱਚੀ ਤੋਂ ਹੀ ਅੱਗੇ ਪਰਿਵਾਰਾਂ ਦੇ ਪਰਿਵਾਰ ਚੱਲਣੇ ਹੈਗੇ ਆ।
ਤੇ ਤੁਸੀਂ ਇਹਨੂੰ ਕੁੱਖ ਵਿੱਚ ਹੀ ਕਤਲ ਕਰ ਦਿੰਦੇ ਹੈਗੇ ਹੋ। ਸੋ ਸਾਫ਼ ਸੰਦੇਸ਼ ਹੈਗਾ ਤੇ ਕੁੜੀ ਮਾਰਨ ਨਾਲ ਵਰਤਣਾ ਵੀ ਨਹੀਂ ਹੈ। ਗੁਰੂ ਕਾ ਸਿੱਖ ਧਰਮ ਦੀ ਕਿਰਤ ਕਰਕੇ ਨਿਰਵਾਹ ਕਰੇ, ਧਰਮ ਦੀ ਕਿਰਤ ਕਰਨੀ ਹੈਗੀ ਹੈ। ਤੇ ਨਾਲ ਹੈਗਾ ਗੁਰੂ ਕਾ ਸਿੱਖ ਗਰੀਬ ਦੀ ਰਚਨਾ ਨੂੰ ਗੁਰੂ ਕੀ ਗੋਲਕ ਜਾਣੇ, ਲੋੜਵੰਦ ਹੈਗਾ, ਜ਼ਰੂਰਤਮੰਦ ਹੈਗਾ, ਸੋ ਉਹਦੀ ਹੈਲਪ ਕਰੇ। ਇਹ ਨਹੀਂ ਹੈ ਕਿ ਜ਼ਰੂਰੀ ਨਹੀਂ ਹੈ ਕਿ ਤੁਸੀਂ ਗੋਲਕ ਵਿੱਚ ਹੀ ਜਾ ਕੇ 500 ਰੁਪਏ ਪਾਣੇ ਹੈਗੇ, ਗੋਲਕ ਵਿੱਚ ਜਾ ਕੇ 1000 2000 ਰੁਪਏ ਪਾਣੇ, ਨਾ ਵੱਡਾ ਕਰਨਾ ਨਹੀਂ। ਕੋਈ ਲੋੜਵੰਦ ਹੈ ਆਪਣੇ ਮਹੱਲੇ ਵਿੱਚ, ਆਪਣੇ ਆਸ-ਪਾਸ ਰਿਸ਼ਤੇਦਾਰਾਂ ਵਿੱਚ ਵੀ ਕੋਈ ਹੈਲਪ ਉਹਦੀ ਅਸੀਂ ਕਰ ਸਕਦੇ ਹੈਗੇ। ਕੋਈ ਬਿਮਾਰ ਹੈਗਾ ਕਿੰਨੇ ਦਿਨ ਤੋਂ, ਉਹਨੂੰ ਮੈਡੀਸਨ ਲੈ ਕੇ ਦੇ ਸਕਦੇ ਹਾਂ, ਉਹਦਾ ਹਸਪਤਾਲ ਦਾ ਬਿੱਲ ਦੇ ਸਕਦੇ ਹਾਂ, ਅਸੀਂ ਉਹਦੀ ਹੈਲਪ ਕਰੀਏ। ਸੋ ਗਰੀਬ ਦੀ ਮਦਦ ਜਿਹੜੀ ਹੈ ਉਹ ਸਾਫ਼ ਲਿਖਿਆ ਹੋਇਆ ਹੈ ਕਿ ਗਰੀਬ ਦੀ ਰਚਨਾ ਨੂੰ ਗੁਰੂ ਕੀ ਗੋਲਕ ਜਾਣੇ, ਚੋਰੀ ਯਾਰੀ ਨਾ ਕਰੇ, ਜੂਆ ਨਾ ਖੇਡੇ। ਬਿਲਕੁਲ ਸਾਫ਼ ਲਿਖਿਆ ਹੋਇਆ ਹੈ ਕਿ ਸਿੱਖ ਨੇ ਕੋਈ ਚੋਰੀ ਯਾਰੀ ਨਹੀਂ ਕਰਨੀ ਹੈ ਔਰ ਇੱਥੇ ਜੂਆ ਨਹੀਂ ਖੇਡਣਾ ਹੈਗਾ, ਸਾਫ਼ ਲਿਖਿਆ ਹੋਇਆ ਹੈ। ਤੇ ਜੇ ਕੋਈ ਸਿੱਖ ਇਸ ਤਰ੍ਹਾਂ ਦਾ ਕਰਮ ਕਰਦਾ ਫਿਰ ਉਹ ਗੁਰਮਤਿ ਦੀ ਰਹਿਣੀ ਦਾ ਧਾਰਨੀ ਨਹੀਂ ਹੈ, ਫਿਰ ਉਹ ਇਸ ਕਸਵੱਟੀ ਤੇ ਖਰਾ ਨਹੀਂ ਉਤਰਦਾ। ਫਿਰ ਇਹਦੇ ਅਗਲੇ ਭਾਗ ਵਿੱਚ ਅੱਗੇ ਲਿਖਿਆ ਹੋਇਆ ਹੈ, ਪਰ बेटी को बेटी जाने, पर स्त्री को मात बखाने, अपनी स्त्री सोहरत हुई रहतवंद सिख है सोई। इस तरह सिख स्त्री अपने पतिव्रता धर्म ਵਿੱਚ ਪੱਕਾ ਰਹੇ। ਇਹ ਅੱਗੇ ਵੀ ਤੁਸੀਂ ਆਨੰਦ ਸੰਸਕਾਰ ਵਿੱਚ ਦੇਖੋਗੇ ਔਰ ਇੱਥੇ ਵੀ ਗੁਰਮਤਿ ਦੀ ਰਹਿਣੀ ਵਿੱਚ ਦ੍ਰਿੜ ਕਰਾ ਦਿੱਤਾ ਗਿਆ ਹੈਗਾ। ਭਾਵੇਂ ਉਹ ਪਤੀ ਹੈ ਤੇ ਭਾਵੇਂ ਉਹ ਪਤਨੀ ਹੈ, ਦੋਨਾਂ ਵਾਸਤੇ ਇੱਕੋ ਹੀ ਇਜਾਜ਼ਤ ਹੈ ਕਿ ਉਹਨਾਂ ਦੋਨਾਂ ਦਾ ਏਕ ਜੋਤ ਦੋਇ ਮੂਰਤੀ ਧਨ ਪਿਰ ਕਹੀਏ, ਸੋਏ ਦਾ ਧਾਰਨੀ ਹੋਣਾ ਹੋਰ ਹੈ। ਔਰ ਜਿੰਨਾ ਨਾਮ ਸੁਹਾਗਣੀ ਤਿੰਨਾ ਝਾਕਣਾ ਹੋਰ, ਇਸਤਰੀਆਂ ਵਾਸਤੇ ਤੇ ਬੰਦੇ ਵਾਸਤੇ ਵੀ। ਪਰ ਬੇਲ ਨਾ ਜੋ ਹੈ ਕੰਤ ਤੂੰ, ਗੁਰਬਾਣੀ 'ਚ ਬਹੁਤ ਸਾਰੀਆਂ ਪੰਕਤੀਆਂ ਕਿ ਜੈਸਾ ਸੰਗ ਵਿਸਿਆਰ ਸਿਉ ਹੈ ਰੇ ਤੈਸਾ ਹੀ ਪਰ ਗ੍ਰਹਿ, ਜਿਹੋ ਜਿਹਾ ਸੱਪ ਨਾਲ ਸੰਗ ਕਰਨਾ ਇਸ ਤਰ੍ਹਾਂ ਪਰਾਈ ਇਸਤਰੀ ਨਾਲ ਸੰਗ ਕਰਨਾ ਹੈਗਾ। ਔਰ ਯਾਦ ਰੱਖੋ ਕਿ ਨਿਮਕ ਕਾਮ ਸਵਾਦ ਕਾਰਨ ਕੋਟ ਜਨਮ ਦੁੱਖ ਪਾਵੇ, ਇੱਕ ਪਲ ਦੇ ਸਵਾਦ ਦੇ ਕਾਰਨ ਕਰੋੜਾਂ ਜਨਮਾਂ ਦੁੱਖ ਪਾਉਂਦਾ। ਐਸੀਆਂ ਲਾ ਇਲਾਜ ਬਿਮਾਰੀਆਂ ਬੰਦਾ ਛੇੜ ਲੈਂਦਾ ਜਿਨ੍ਹਾਂ ਦਾ ਇਲਾਜ ਹੀ ਕੋਈ ਨਹੀਂ ਹੈ। ਤੋ ਇਸ ਕਰਕੇ ਇਹ ਇਜਾਜ਼ਤ ਹੈ ਕਿ ਗੁਰਸਿੱਖ ਦੀ ਰਹਿਣੀ ਵਿੱਚ ਪਰ ਬੇਟੀ ਕੋ ਬੇਟੀ ਜਾਣੇ, ਪਰ ਇਸਤਰੀ ਕੋ ਮਾਤ ਬਖਾਨੇ, ਆਪਣੀ ਇਸਤਰੀ ਸੋਹਰਤ ਹੋਈ ਰਹਿਤਵੰਦ ਸਿੱਖ ਹੈ ਸੋਈ। ਇਹ ਕੁਰਹਿਤਾਂ ਵਿੱਚ ਵੀ ਅੱਗੇ ਚੱਲ ਕੇ ਸ਼ਾਮਲ ਕੀਤਾ ਗਿਆ। ਗੁਰੂ ਕਾ ਸਿੱਖ ਜਨਮ ਤੋਂ ਲੈ ਕੇ ਦੇਹਾਂਤ ਤੱਕ ਗੁਰ ਮਰਿਆਦਾ ਕਰੇ, ਜਨਮ ਤੋਂ ਲੈ ਕੇ ਔਰ ਮਰਨ ਤੱਕ ਗੁਰ ਮਰਿਆਦਾ ਕਰੇ। ਪਾਓ ਇਹ ਜੋ ਸਿੱਖ ਰਹਿਤ ਮਰਿਆਦਾ ਹੈ, ਜੋ ਅਕਾਲ ਤਖਤ ਸਾਹਿਬ ਜੀ ਤੋਂ ਪੰਥ ਪ੍ਰਮਾਣਿਤ ਹੈ, ਇਹ ਸਿੱਖ ਰਹਿਤ ਮਰਿਆਦਾ ਨੂੰ ਫੋਲੋ ਕਰਨਾ ਹੈ, ਇਸ ਦੇ ਮੁਤਾਬਕ ਜੀਵਨ ਜਿਉਣਾ ਹੈਗਾ। ਇਹ ਸਾਡੇ ਦਿਨ ਦੀ ਰੋਹ ਰੀਤ ਹੈ, ਇਹ ਹਰ ਜ਼ਿੰਦਗੀ ਦੇ ਮੁਤਾਬਕ ਬਤੀਤ ਕਰਨੀ ਹੈਗੀ। ਜਨਮ ਤੋਂ ਲੈ ਕੇ ਕੋਈ ਵੀ ਕਾਰਜ ਹੋਵੇ ਪਹਿਲਾਂ ਗੁਰਮਰਿਆਦਾ ਨੂੰ ਪੜ੍ਹਨਾ। ਮੈਂ ਤਾਂ ਇਹ ਕਹਾਂਗਾ ਕਿ ਅਸੀਂ ਆਪਣਾ ਬੱਚਾ ਵਿਆਹਣ ਚੱਲੇ ਹਾਂ ਤਾਂ ਮਰਿਆਦਾ ਪੜ੍ਹ ਕੇ ਜਾਈਏ, ਕੋਈ ਖਤਾ ਨਾ ਹੋ ਜਾਏ। ਅਸੀਂ ਜੇ ਮ੍ਰਿਤਕ ਸੰਸਕਾਰ ਤੇ ਜਾ ਰਹੇ ਹਾਂ ਤਾਂ ਮਰਿਆਦਾ ਪੜ੍ਹ ਕੇ ਜਾਈਏ। ਸਾਨੂੰ ਮਰਿਆਦਾ ਕੀ ਕਹਿ ਰਹੀ, ਸਾਡੇ ਨਿਯਮ ਕੀ ਕਹਿ ਰਹੇ ਨੇ, ਅਕਾਲ ਤਖਤ ਸਾਹਿਬ ਜੀ ਕੀ ਕਹਿ ਰਿਹਾ ਹੈਗਾ ਸਾਨੂੰ। ਸੋ ਜਨਮ ਤੋਂ ਲੈ ਕੇ ਅਖੀਰ ਤੱਕ ਗੁਰ ਮਰਿਆਦਾ ਦਾ ਧਾਰਨੀ ਹੋਵੇ ਸਿੱਖ। ਅੱਗੇ ਹੈ ਸਿੱਖ ਨੂੰ ਮਿਲਣ ਸਮੇਂ, ਸਿੱਖ ਨੂੰ ਮਿਲਣ ਸਮੇਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਵੇ। ਮਰਦ ਇਸਤਰੀ ਦੋਵਾਂ ਲਈ ਇੱਕੋ ਹੁਕਮ ਹੈ, ਭਾਵੇਂ ਉਹ ਇਸਤਰੀ ਹੈ ਤੇ ਭਾਵੇਂ ਉਹ ਮਰਦ ਹੈਗਾ। ਕਈ ਥਾਵਾਂ ਤੇ ਮੈਨੂੰ ਦੇਖਿਆ ਹਾਸਾ ਵੀ ਆਉਂਦਾ ਕਿ ਮਰਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਣੇ, ਇਸਤਰੀਆਂ ਸਤਿ ਸ੍ਰੀ ਅਕਾਲ ਬੁਲਾਣੀ। ਇੱਥੇ ਦੋਵਾਂ ਵਾਸਤੇ ਲਿਖਿਆ ਹੋਇਆ। ਸਤਿ ਸ੍ਰੀ ਅਕਾਲ ਤਾਂ ਸਾਡਾ ਜੈਕਾਰਾ ਹੈ, ਉਹ ਵੀ ਅਸੀਂ ਅਧੂਰਾ ਬੁਲਾਉਂਦੇ ਹਾਂ ਵੀ ਸਾਹਮਣੇ ਵਾਲੇ ਨੇ ਬੁਲਾਇਆ, ਬੋਲੇ ਸੋ ਨਿਹਾਲ, ਫਿਰ ਤੁਸੀਂ ਜਵਾਬ ਦਿਓ ਸਤਿ ਸ੍ਰੀ ਅਕਾਲ। ਤੇ ਇੱਥੇ ਤਾਂ ਸਾਫ਼ ਲਿਖਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਣੀ ਹੈ। ਆਗੇ ਆਵਤ ਸਿੰਘ ਜੋ ਆਵੇ ਵਾਹਿਗੁਰੂ ਜੀ ਕੀ ਫਤਿਹ ਬੁਲਾਵੇ, ਰਹਿਤਨਾਮੇ ਸਾਫ਼ ਲਿਖਿਆ ਹੋਇਆ। ਇਸ ਨਾਲ ਕੀ ਹੈ ਕਿ ਅਸੀਂ ਰੋਜ਼ਾਨਾ ਆਪਣੇ ਮੁਖ ਤੋਂ ਪਵਿੱਤਰ ਵਾਹਿਗੁਰੂ ਜੀ ਦਾ ਨਾਮ ਪਤਾ ਨਹੀਂ ਕਿੰਨੀ ਵਾਰ ਲੈ ਲਵਾਂਗੇ, ਸਵੇਰ ਤੋਂ ਸ਼ਾਮ ਤੱਕ। ਜਦੋਂ ਕਿੰਨੇ ਵੀਰ ਮਿਲਦੇ ਨੇ, ਭੈਣ ਮਿਲਦੇ ਨੇ, ਰਿਸ਼ਤੇਦਾਰ ਮਿਲਦੇ ਨੇ ਹੈ ਆਪਸ ਦੇ ਵਿੱਚ, ਸੋ ਅਸੀਂ ਫਤਿਹ ਬੁਲਾ ਕੇ ਕਿੰਨੀ ਵਾਰ ਸਵੇਰ ਤੋਂ ਸ਼ਾਮ ਤੱਕ ਵਾਹਿਗੁਰੂ ਜੀ ਦਾ ਨਾਮ
ਆਪਣੀ ਰਚਨਾ ਤੋਂ ਲੈ ਲੈਂਦੇ। ਔਰ ਵੈਸੇ ਵੀ ਤੁਸੀਂ ਵੇਖੋ ਕਿ ਮੈਂ ਬੇਨਤੀ ਕਰਾਂਗਾ ਕਿ ਦੁਨੀਆ ਦਾ ਕੋਈ ਵੀ ਸ੍ਰਿਸ਼ਟਾਚਾਰ ਸੱਭਿਆਚਾਰ ਦਾ ਸ਼ਬਦ ਜਿਹੜਾ ਵਰਤਿਆ ਜਾਂਦਾ ਹੈ, ਨਮਸਤੇ, ਗੁੱਡ ਮਾਰਨਿੰਗ, ਗੁੱਡ ਆਫਟਰਨੂਨ, ਹੈ ਜੀ, ਰਾਧਾ ਸਵਾਮੀ ਵਰਤਦੇ ਨੇ ਲੋਕ ਜਿਹੜੇ ਉਹਨਾਂ ਦੇ ਅਨੁਜਾਈ ਨੇ। ਬਹੁਤ ਸਾਰੇ ਲੋਕ ਆਪਣੇ ਆਪਣੇ, ਕੋਈ ਰਾਮ ਰਾਮ ਕਹਿੰਦਾ ਹੈ, ਪਰ ਤੁਸੀਂ ਦੇਖੋ ਕਮਾਲ ਕਿਸੇ ਵਿੱਚ ਵੀ ਇੰਨਾ ਨਹੀਂ ਹੁੰਦਾ ਜਿੰਨਾ ਗੁਰਸਿੱਖੀ ਦੇ ਵਿੱਚ ਕਮਾਲ ਕੀਤਾ ਹੋਇਆ। ਇੱਕ ਅਦੀਪ ਕਹਿੰਦਾ, ਚਾਰ ਮਿਲੇ ਜਦੋਂ ਫਤਿਹ ਬੁਲਾਨੇ, ਚਾਰ ਮਿਲੇ 64 खिले, मिले 20 कर जोड़, गुरसिख को गुरसिख मिले हैं, खिले हैं 7 करोड़। ਜਦੋਂ ਸਿੱਖ ਸਿੱਖ ਨੂੰ ਮਿਲਦਾ ਤੇ ਉਸ ਵੇਲੇ ਫਿਰ ਕੀ ਹੁੰਦਾ ਹੈ, ਜਦੋਂ ਇੱਕ ਤਾਂ ਗੁਰਬਾਣੀ ਸਾਨੂੰ ਸਿਖਾਉਂਦੀ ਹੈ ਨਾ ਕਿ ਆਏ ਮਿਲ ਗੁਰਸਿੱਖ, ਆਏ ਮਿਲ ਤੂੰ ਮੇਰੇ ਗੁਰ ਕੇ ਪਿਆਰੇ, ਜੋ ਦੀਸੈ ਗੁਰਸਿੱਖੜਾ ਤਿਸ ਨਿਮ ਨਿਮ ਲਾਗੋ ਪਾਈ ਜੀਓ। ਇਹ ਸਤਕਾਰ ਹੈ। ਤੇ ਫਤਿਹ ਜਦੋਂ ਬੁਲਾਉਂਦੇ ਆ ਤੇ ਚਾਰ ਮਿਲੇ, ਦੋ ਨੈਣ ਮੇਰੇ ਦੋ ਸਾਹਮਣੇ ਵਾਲੇ ਦੇ, 64 ਖਿਲੇ, 32 ਦੰਦ ਮੇਰੇ ਤੇ 32 ਸਾਹਮਣੇ ਵਾਲੇ ਦੇ ਖਿੜ ਜਾਂਦੇ ਨੇ। ਮਿਲੇ 20 ਕਰ ਜੋੜ, 10 ਉਂਗਲਾਂ ਮੇਰੀਆਂ ਹੱਥਾਂ ਦੀਆਂ, 10 ਸਾਹਮਣੇ ਵਾਲੇ ਦੀਆਂ 20, ਤੇ ਚਾਰ ਮਿਲੇ 64 खिले, मिले 20 कर जोड़, गुरसिख को गुरसिख मिले हैं, खिले हैं 7 करोड़। 3.5 करोड़ रोम मेरा, 3.5 करोड़ रोम सामने वाले ਦਾ। ਤੇ ਜਦੋਂ ਅਸੀਂ ਫਤਿਹ ਬੁਲਾਉਂਦੇ ਆ ਇੰਨਾ ਕੁਝ ਹੁੰਦਾ ਹੈਗਾ। ਤੇ ਜੇ ਅਸੀਂ ਫਤਿਹ ਨਹੀਂ ਬੁਲਾਉਂਦੇ, ਮੱਥੇ ਵੱਟ ਪਾ ਕੇ ਗੁੱਡ ਆਫਟਰਨੂਨ, ਗੁੱਡ ਮਾਰਨਿੰਗ, ਸਤਿ ਸ੍ਰੀ ਅਕਾਲ, ਫਿਰ ਆਹ ਸਭ ਕੁਝ ਅਸੀਂ ਗਵਾ ਲੈਂਦੇ ਹਾਂ। ਇਸ ਕਰਕੇ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਇਹ ਰਹਿਤ ਮਰਿਆਦਾ ਦੀ ਗੱਲ ਸਾਰੀ ਸੰਗਤ ਨੂੰ ਦੱਸਣਾ ਚਾਹੁੰਦਾ ਵੀ ਹਿਦਾਇਤ ਹੈ ਕਿ ਭਾਵੇਂ ਸਿੱਖ ਹੋਵੇ, ਭਾਵੇਂ ਉਹ ਇਸਤਰੀ ਹੋਵੇ, ਮਰਦ ਹੋਵੇ, ਦੋਨਾਂ ਨੇ ਆਪਸ ਵਿੱਚ ਮਿਲਣ ਲੱਗਿਆ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਬੁਲਾਣੀ। ਅਖੀਰਲਾ ਗੁਰਮਤਿ ਦੀ ਰਹਿਣੀ ਦਾ ਇਹਦੇ ਵਿੱਚ ਪੁਆਇੰਟ ਹੈਗਾ ਕਿ ਸਿੱਖ ਲਈ ਕਛਹਿਰੇ ਤੇ ਦਸਤਾਰ ਤੋਂ ਛੁੱਟ ਪੋਸ਼ਾਕ ਸੰਬੰਧੀ ਬਾਕੀ ਕੋਈ ਪਾਬੰਦੀ ਨਹੀਂ ਹੈ। ਸਿੱਖ ਇਸਤਰੀ ਦਸਤਾਰ ਸਜਾਏ ਜਾਂ ਨਾ ਸਜਾਏ, ਦੋਵੇਂ ਠੀਕ ਹਨ। ਇਹਦੇ ਵਿੱਚ ਜਿਹੜਾ ਹੈ ਉਹ ਕਛਹਿਰਾ ਦਾ ਹੋਣਾ ਬਹੁਤ ਜ਼ਰੂਰੀ ਹੈ, ਕਿਉਂਕਿ ਆਪਣੀ ਕਿਸਮ ਦਾ, ਵੱਖਰੀ ਕਿਸਮ ਦਾ ਰੇਵਦਾਰ ਕਛਹਿਰਾ ਹੁੰਦਾ ਹੈ ਔਰ ਸਿੱਖ ਦੇ ਜੱਤ ਸੱਚ ਦਾ, ਉੱਚੇ ਆਚਰਣ ਦਾ ਪ੍ਰਤੀਕ ਹੈ। ਕਦੇ ਬੀਬੀਆਂ ਕਹਿੰਦੀਆਂ ਹੁੰਦੀਆਂ ਸੀ, ਮੋੜੀ ਬਾਬਾ ਡਾਂਗ ਵਾਲਿਆ, ਮੋੜੀ ਬਾਬਾ ਕੱਛ ਵਾਲਿਆ, ਰੰਗ ਰੰਨ ਗਈ ਬਸੇਰੇ ਨੂੰ ਗਈ। ਯਾਦ ਕਰਦੇ ਸੀ ਅਕਾਲੀ ਫੂਲਾ ਸਿੰਘ ਨੂੰ, ਯਾਦ ਕਰਦੇ ਸੀ ਲੋਕ ਬਾਬਾ ਦੀਪ ਸਿੰਘ ਜੀ। ਸੋ ਕਛਹਿਰਾ ਸਾਡੇ ਜੱਤ ਸੱਤ ਦਾ, ਉੱਚੇ ਆਚਰਣ ਦਾ ਪ੍ਰਤੀਕ ਹੈਗਾ। ਤੇ ਦਸਤਾਰ ਜ਼ਰੂਰ ਸਜਾਣੀ ਹੈ ਸਿੱਖ ਨੇ, ਇਹ ਬੜੀ ਕੰਪਲਸਰੀ ਹੈਗੀ ਆ, ਪਰ ਬੀਬੀਆਂ ਵਾਸਤੇ ਛੂਟ ਹੈ ਕਿ ਉਹ ਦਸਤਾਰ ਸਜਾਣ ਨਾ ਸਜਾਣ, ਸਿਰ ਢੱਕ ਕੇ ਰੱਖਣਾ, ਚੁੰਨੀ ਨਾਲ ਸਿਰ ਢੱਕ ਕੇ ਰੱਖਣਾ ਹੈਗਾ। ਸੋ ਸਿੱਖ ਜਿਹੜਾ ਹੈ ਉਹ ਦਸਤਾਰ ਜਿਹੜੀ ਹੈ ਉਹ ਸਾਡਾ ਮਹਿਜ਼ 2 ਗਜ਼ ਦਾ ਕੱਪੜਾ ਨਹੀਂ ਹੈ, ਇਹ ਸਿੱਖ ਦੀ ਆਨ ਬਾਨ ਸ਼ਾਨ ਦਾ ਪ੍ਰਤੀਕ ਵੀ ਹੈਗਾ। ਸੋ ਯਾਦ ਰੱਖਣਾ ਹੈ ਸਾਨੂੰ ਕਿ ਜਿਵੇਂ ਮੈਂ ਕੱਲ ਵੀ ਅਰਜ਼ ਕੀਤੀ ਕਿ ਦਸਤਾਰ, ਰਫਤਾਰ ਤੇ ਗੁਫਤਾਰ, ਇਹ ਜਿਹੜੀਆਂ 3 ਚੀਜ਼ਾਂ ਨੇ ਇਹ ਬੜੀਆਂ ਮਾਇਨੇ ਰੱਖਦੀਆਂ। ਤੁਹਾਡੀ ਦਸਤਾਰ ਤੋਂ ਤੁਸੀਂ ਪਹਿਚਾਣੇ ਜਾਂਦੇ ਹੋ। ਸੋ ਦਸਤਾਰ ਜਿਹੜੀ ਹੈ ਗੁਰਮੁਖੀ ਬਣਨੀ ਹੈਗੀ ਹੈ। ਦਸਤਾਰ ਬੜੀ ਸਬੱਬ ਦਾ ਨਿਸ਼ਾਨ। ਦਸਤਾਰ ਇੱਥੇ ਲਿਬਾਸ, ਪੋਸ਼ਾਕ ਸੰਬੰਧੀ ਕੋਈ ਪਾਬੰਦੀ ਨਹੀਂ ਹੈ, ਪਰ ਯਾਦ ਰੱਖਣਾ ਕਿ ਅਸੀਂ ਪੋਸ਼ਾਕ ਪਾਣੀ ਹੈ, ਪਰ ਇਹ ਨਾ ਹੋਵੇ ਪੱਛਮੀ ਸਭਿਅਤਾ ਦੇ ਵਿੱਚ ਪੈਂਦੇ ਪੈਂਦੇ ਅਸੀਂ ਇਤਨੇ ਨਿਗਰ ਜਾਈਏ ਕਿ ਗੁਰਦੁਆਰੇ ਜਾ ਕੇ ਸਾਡੀਆਂ ਬੱਚੀਆਂ ਕਹਿਣ ਜੀ ਮੈਂ ਤਾਂ ਚੁੰਨੀ ਨਹੀਂ ਲੈ ਕੇ ਆਈ, ਚੁੰਨੀ ਦੇ। ਤਾਂ ਇਸ ਤਰ੍ਹਾਂ ਨਹੀਂ, ਬੱਚਿਆਂ ਨੂੰ ਚੁੰਨੀ ਸਿਰ ਤੇ ਢੱਕ ਕੇ ਰੱਖਣੀ ਚਾਹੀਦੀ ਹੈ ਔਰ ਸਿੱਖ ਬੱਚਿਆਂ ਨੂੰ ਆਪਣੇ ਸਿਰ ਤੇ ਸੋਹਣੀ ਦਸਤਾਰ ਸਜਾਣੀ ਚਾਹੀਦੀ ਹੈ। ਸੋ ਇਹ ਪੋਸ਼ਾਕ ਸੰਬੰਧੀ ਹੈ। ਬਾਕੀ ਕੋਈ ਕੁਰਤਾ ਪਜਾਮਾ ਪਾਏ, ਪੈਂਟ ਕਮੀਜ਼ ਪਾਏ ਤੇ ਉਹਦੇ ਸੰਬੰਧ ਵਿੱਚ ਕੋਈ ਪਰਹੇਜ਼ ਵਾਲੀ ਗੱਲ ਨਹੀਂ ਹੈ। ਪੋਸ਼ਾਕ ਐਸੀ ਹੋਵੇ ਜੋ ਸੱਭਿਅਕ ਹੋਣੀ ਚਾਹੀਦੀ ਹੈ, ਜਿੱਥੇ ਤੁਸੀਂ ਉੱਠਣ ਬੈਠਣ ਲੱਗਿਆ ਕੋਈ ਸ਼ਰਮ ਮਹਿਸੂਸ ਨਾ। ਠੀਕ ਹੈ ਜੀ, ਇਹ ਸੀ ਗੁਰਮਤਿ ਦੀ ਰਹਿਣੀ ਦੇ ਕੁਝ ਜਿਹੜਾ ਹੈ ਉਹ ਚੈਪਟਰ ਦੇ ਵਿੱਚ ਜੋ ਪੁਆਇੰਟ ਆਏ ਸਨ ਉਹ ਤੁਹਾਡੇ ਨਾਲ ਸਾਂਝੇ ਕੀਤੇ। ਵੀਰ ਜੀ ਆਪ ਜੀ ਨੇ ਬੜੀ ਚੰਗੀ ਤਰ੍ਹਾਂ ਪੂਰੀ ਰਹਿਤ ਮਰਿਆਦਾ ਦੇ ਅੰਦਰ ਜਿਹੜਾ ਚੈਪਟਰ ਹੈਗਾ ਖੋਲ ਕੇ ਸਮਝਾਇਆ। ਇੱਕ ਇੱਕ ਚੀਜ਼ ਬੜੇ ਹੀ ਪਿਆਰ ਨਾਲ, ਆਰਾਮ ਨਾਲ ਸਮਝਾਈ ਹੈ ਕਿ ਜੋ ਸਿੱਖ ਹੈ ਉਸ ਦੀ ਜਿਹੜੀ ਗੁਰਮਤਿ ਦੇ ਅਨੁਸਾਰ ਜੋ ਰਹਿਣੀ ਹੈ ਉਹ ਕਿਸ ਤਰ੍ਹਾਂ ਹੋਣੀ ਚਾਹੀਦੀ ਹੈ। ਔਰ ਆਪ ਜੀ ਨੇ ਨਾਲ ਨਾਲ ਮਨਮਤ ਦੀ ਗੱਲ ਵੀ ਕੀਤੀ ਹੈ ਕਿ ਮਨਮਤ ਦੇ ਕਿਹੜੇ ਕਿਹੜੇ ਕਰਮ ਨੇ ਉਹ ਨਹੀਂ ਕਰਨੇ ਚਾਹੀਦੇ। ਤੇ ਅਸੀਂ ਅਗਰ ਧਿਆਨ ਦਈਏ, ਅਸੀਂ ਅਗਰ ਸਹਿਜ ਪਾਠ ਦੇ ਰਾਹੀਂ ਗੁਰੂ ਸਾਹਿਬ ਦੇ ਦਰਸ਼ਨ ਕਰਦੇ ਹਾਂ ਤੇ ਉੱਥੇ ਬਹੁਤ ਸਾਰੀ ਜਗ੍ਹਾ
ਗੁਰਮਤ ਤੇ ਮਨਮਤ ਦੀ ਗੱਲ ਆਉਂਦੀ ਹੈ। ਇਹ ਸਾਡਾ ਜੋ ਜੀਵਨ ਹੈ ਇਹ ਇੱਕ ਤਰ੍ਹਾਂ ਦਾ ਗੁਰਮਤ ਔਰ ਮਨ ਸਾਡਾ ਕੁਝ ਕਹਿੰਦਾ ਹੈ, ਗੁਰਮਤ ਕੁਝ ਕਹਿ ਰਹੀ ਹੈ, ਇਹ ਆਪਸ ਵਿੱਚ ਲੜਦਾ ਰਹਿੰਦਾ ਹੈ। ਤੇ ਸਾਨੂੰ ਵਾਹਿਗੁਰੂ ਐਸੀ ਸੰਗਤ ਬਖਸ਼ੇ ਕਿ ਐਸੀ ਵਾਹਿਗੁਰੂ ਦੀ ਕਿਰਪਾ ਹੋਏ ਕਿ ਅਸੀਂ ਆਪਣਾ ਜੋ ਜੀਵਨ ਹੈ ਉਹ ਗੁਰਮਤ ਦੇ ਅਨੁਸਾਰ ਚਲਾਈਏ। ਤੇ ਜੋ ਗੁਰੂ ਅਮਰਦਾਸ ਜੀ ਨੇ ਵੀ ਸਾਨੂੰ ਬਾਣੀ ਦੇ ਰਾਹੀਂ ਜ਼ਿਆਦਾ ਮਨ ਨੂੰ ਹੀ ਸਮਝਾਇਆ, ਇਹ ਮਨ ਮੇਰਿਆ ਤੂੰ ਸਦਾ ਰੋ ਹਰ ਨਾਲ ਰੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ, ਅੰਗੀਕਾਰ ਉਹ ਕਰੇ ਤੇਰਾ, ਕਾਰ ਹੀ ਸਭ ਸਵਾਰਨਾ। ਸਾਰੇ ਕਾਰਜ ਗੁਰੂ ਸਾਹਿਬ ਆਪ ਸੋਚੀ ਬਖਸ਼ ਕੇ ਸਾਨੂੰ ਸਵਾਰਨ ਦੇ ਹੁਕਮ ਦੇ ਰਹੇ ਨੇ। ਤੇ ਆਪ ਜੀ ਦਾ ਇਹਨਾਂ ਸ਼ਬਦਾਂ ਨਾਲ ਹੀ ਬਹੁਤ ਬਹੁਤ ਤਹਿ ਦਿਲ ਤੋਂ ਧੰਨਵਾਦ ਹੈ। ਕੱਲ ਆਪ ਜੀ ਨਾਲ ਅਸੀਂ ਫਿਰ ਇੱਕ ਨਵੇਂ ਸਵਾਲ ਨਾਲ ਨਵੀਂ ਜਿਹੜੀ ਸਵੇਰ ਆਏਗੀ ਨਵਾਂ ਸਵਾਲ ਲੈ ਕੇ ਆਵਾਂਗੇ। ਇਹਨਾਂ ਸ਼ਬਦਾਂ ਨਾਲ ਆਪ ਜੀ ਤੋਂ ਇਜਾਜ਼ਤ ਮੰਗਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਧੰਨਵਾਦ ਜੀ।